ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਜਾਣੈ ਤਿਸ ਸਦਾ ਸੁਖ ਹੋਇ ਆਪ ਮਿਲਾਏ ਲਏ ਪ੍ਰਭ ਸੋਇ ਓਹੋ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਗੁਰ ਆਪਣੇ ਉਪਰ ਬਲ ਜਾਈਆ ਆਠ ਪਹਿਰ ਹਰ ਹਰ ਜਸ ਗਾਈਆ ਗੁਰ ਆਪਣੇ ਉਪਰ ਬਲ ਜਾਈਆ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖਤ ਚਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਗੁਰਦੁਆਰਾ ਰੋੜੀ ਸਾਹਿਬ ਇਹਨਾਂ ਪਾਵਨ ਅਸਥਾਨਾਂ ਉੱਤੇ ਸਾਲਾਨਾ ਜੋੜ ਮੇਲੇ ਦੇ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਰਾਗੀ ਜਥਿਆਂ ਦੀ ਰਸਨਾ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ, ਉੱਥੇ ਸਿੱਖ ਪੰਥ ਦੀ ਸਰਵਉੱਚ ਹਸਤੀ ਬਹੁਤ ਹੀ ਸਨਮਾਨਯੋਗ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਰਸਨਾ ਤੋਂ ਬਹੁਤ ਹੀ ਸੁੰਦਰ ਗੁਰਮਤਿ ਦੀਆਂ ਵਿਦਵਤਾ ਭਰਪੂਰ ਵਿਚਾਰਾਂ ਸਰਵਣ ਕੀਤੀਆਂ ਹਨ। ਸਿੰਘ ਸਾਹਿਬ ਜੀ ਆਪਣੇ ਕਥਨ ਵਿੱਚ ਜੀਵਨ ਮੁਕਤ ਮਹਾਂਪੁਰਖ ਦੇ ਪਰਉਪਕਾਰਾਂ ਉੱਤੇ ਸੰਕੇਤਕ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਕੇ ਗਏ ਹਨ। ਸਾਧ ਸੰਗਤ ਜੀ, ਆਪਾਂ 1 ਮਈ 2021 ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ
400 ਸਾਲਾ ਅਵਤਾਰ ਧਾਰਨ ਦੀ ਪ੍ਰਕਾਸ਼ ਗੁਰਪੁਰਬ ਦੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ ਸੀ ਬੇਨਤੀ ਕਰਕੇ, ਜਦੋਂ ਹਜ਼ੂਰ ਇਲਾਹਾਬਾਦ ਦੀ ਧਰਤੀ ਤੇ ਗਏ ਕਿ ਮਹਾਰਾਜ ਜੀਵਨ ਮੁਕਤ ਦੀ ਕੀ ਅਵਸਥਾ ਹੁੰਦੀ ਹੈ, ਤਾਂ ਸਤਿਗੁਰੂ ਜੀ ਨੇ ਸੋਰਠ ਰਾਗ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਉਚਾਰਿਆ ਸੀ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਸਾਰੇ ਸ਼ਬਦ ਵਿੱਚ ਜੀਵਨ ਮੁਕਤ ਮਹਾਂਪੁਰਖ ਦੇ ਗੁਣਾਂ ਦਾ ਵਰਣਨ ਕੀਤਾ ਹੋਇਆ ਹੈ, ਜਾਂ ਇਉਂ ਕਹਿ ਲਓ ਕਿ ਜੀਵਨ ਮੁਕਤ ਦੀ ਅਵਸਥਾ ਦਾ ਸਤਿਗੁਰੂ ਜੀ ਨੇ ਕਥਨ ਕੀਤਾ ਹੈ ਕਿ ਜੀਵਨ ਮੁਕਤ ਕਿਸ ਨੂੰ ਕਿਹਾ ਜਾਂਦਾ ਹੈ। ਮਰ ਕੇ ਕਿਸੇ ਨੂੰ ਮੁਕਤੀ ਪ੍ਰਾਪਤ ਹੋਣੀ, ਇਹ ਤਾਂ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਜਾਂ ਉਹ ਜੀਵ ਜਾਣਦਾ ਹੈ। ਕਬੀਰ ਸਾਹਿਬ ਜੀ ਨੇ ਵੀ ਬੜਾ ਸੁੰਦਰ ਕਥਨ ਕੀਤਾ ਹੈ, ਮਰਨ ਮੁਕਤ ਕਿਨ ਪਾਹੀ। ਕਹਿੰਦੇ ਮਰ ਕੇ ਕਿਹਨੇ ਮੁਕਤੀ ਪਾਈ ਹੈ? ਜਿਹੜਾ ਜਿਉਂਦੇ ਜੀ ਮੁਕਤ ਨਹੀਂ ਹੋਇਆ। ਮੁਕਤ ਸਰੂਪ ਜੋ ਮੁਕਤੀ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਜਿਹਨੇ ਕਰਤਾ ਭੁਗਤਾ ਹੰਗਤਾ ਮਮਤਾ ਦੇ ਬੰਧਨਾਂ ਦਾ ਤਿਆਗ ਨਹੀਂ ਕੀਤਾ, ਉਹ ਮਰ ਕੇ ਕੀ ਮੁਕਤ ਹੋਏਗਾ? ਇਹ ਸਵਾਲ ਹੈ ਕਬੀਰ ਸਾਹਿਬ ਜੀ ਦਾ। ਕਿਨ ਤੋਂ ਭਾਵ ਸਵਾਲ, ਕਿਹਨੇ ਮੁਕਤੀ ਪਾਈ, ਕੌਣ ਪ੍ਰਾਪਤ ਕਰ ਸਕਦਾ? ਮਰ ਕੇ ਕੋਈ ਮੁਕਤੀ ਨਹੀਂ ਮਿਲਦੀ, ਜਿਉਂਦੇ ਜੀ ਮੁਕਤੀ ਨੂੰ ਹਾਸਲ ਕਰ ਲੈਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛੀਏ ਕਿ ਮਹਾਰਾਜ ਜੀ ਜੀਵਨ ਮੁਕਤ ਦੀ ਅਵਸਥਾ ਕੀ ਹੈ, ਤਾਂ ਸਤਿਗੁਰੂ ਜੀ ਬਹੁਤ ਸੁਖੈਨ ਸ਼ਬਦਾਂ ਵਿੱਚ ਜੀਵਨ ਮੁਕਤ ਦੀ ਅਵਸਥਾ ਦਾ ਉੱਤਰ ਦਿੰਦੇ ਆ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਕਹਿੰਦੇ ਜੀਵਨ ਮੁਕਤ ਉਸ ਨੂੰ ਕਿਹਾ ਜਾਂਦਾ ਹੈ ਜਿਹਨੂੰ ਖੁਸ਼ੀ ਤੇ ਗਮੀ ਇੱਕੋ ਜਿਹੀ ਪ੍ਰਤੀਤ ਹੁੰਦੀ ਹੈ। ਖੁਸ਼ੀ ਆਉਣ ਤੋਂ ਬਹੁਤਾ ਫੁੱਲਦਾ ਨਹੀਂ, ਜਿਵੇਂ ਸੰਸਾਰ ਦੇ ਲੋਕ ਖੁਸ਼ੀ ਆਉਣ ਤੋਂ ਆਪਣਾ ਆਪਾ ਖੋ ਬੈਠਦੇ ਆ, ਔਰ ਗਮੀ ਆਉਣ ਤੋਂ ਵੀ ਮਨੁੱਖ ਆਪਣਾ ਆਪਾ ਖੋ ਬੈਠਦਾ ਹੈ। ਪਰ ਕਹਿੰਦੇ ਜਿਹੜਾ ਜੀਵਨ ਮੁਕਤ ਹੈ, ਖੁਸ਼ੀ ਵਿੱਚ ਵੀ ਔਰ ਗਮੀ ਵਿੱਚ ਵੀ ਆਪਣੀ ਅਵਸਥਾ ਨੂੰ ਸਮ ਰੱਖਦਾ, ਸਾਮਾਨ ਅਵਸਥਾ, ਸਹਿਜ ਅਵਸਥਾ ਕਹਿ ਲਓ, ਜਿਹਦੀ ਅਵਸਥਾ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੈ। ਬਾਲਕ ਦੀ ਜੀਵਨ ਮੁਕਤ ਅਵਸਥਾ ਨਹੀਂ ਹੁੰਦੀ, ਪਰ ਇੱਕ ਆਪਾਂ ਬਾਲਕ ਦੀ ਅਵਸਥਾ ਦਾ, ਉਸ ਦੇ ਬਚਪਨਾ ਸੁਭਾਅ ਦਾ ਇੱਕ ਪ੍ਰਮਾਣ ਦੇ ਦੇਈਦਾ ਕਿ ਬੱਚੇ ਨੂੰ ਖੁਸ਼ੀ ਗਮੀ ਦਾ ਕੋਈ ਉਹਦੇ ਮਨ ਉੱਤੇ ਬਹੁਤਾ ਅਸਰ ਨਹੀਂ ਹੁੰਦਾ। ਜਿਹੜਾ ਜੀਵਨ ਮੁਕਤ ਹੈ, ਹੁਣ ਜੇ ਜੀਵਨ ਮੁਕਤ ਵੇਖਣਾ ਹੋਵੇ ਗੁਰਸਿੱਖਾਂ ਨੂੰ, ਸਤਿਗੁਰੂ ਸਾਹਿਬ ਤਾਂ ਜੀਵਨ ਮੁਕਤੀਆਂ ਬਖਸ਼ਣ ਵਾਲੇ ਆ। ਜਿਨ੍ਹਾਂ ਨੂੰ ਜੀਵਨ ਮੁਕਤੀ ਦੀ ਦਾਤ ਸਤਿਗੁਰੂ ਜੀ ਨੇ ਬਖਸ਼ੀ ਹੈ, ਜੇ ਉਹਨਾਂ ਦੇ ਜੀਵਨ ਵੱਲ ਵੇਖਣਾ ਹੋਵੇ ਝਾਤ ਮਾਰ ਕੇ, ਤਾਂ ਸਾਨੂੰ ਸਹਿਜੇ ਪਤਾ ਲੱਗ ਜਾਂਦਾ ਕਿ ਜੀਵਨ ਮੁਕਤ ਕਿਸ ਨੂੰ ਕਿਹਾ ਜਾਂਦਾ ਹੈ। ਭਾਈ ਤਾਰੂ ਸਿੰਘ ਜੀ ਦੇ ਸੀਸ ਦਾ ਖੋਪਰਾ ਲੈ ਗਿਆ, ਔਰ ਇੱਕ ਦਿਨ ਨਹੀਂ, 2 ਦਿਨ ਹੀ ਨਹੀਂ, 22 ਦਿਨ ਲਗਾਤਾਰ ਸੀਸ ਤੋਂ ਖੋਪਰਾ ਲੱਥਾ ਰਹਿੰਦਾ ਹੈ, ਔਰ ਜਪਜੀ ਸਾਹਿਬ ਦੇ ਪਾਠ ਕਰੀ ਜਾਂਦੇ ਆ, ਇੱਕ ਰਸ ਕਰ ਰਹੇ ਆ। ਐਸੀ ਮਹਾਨ ਅਵਸਥਾ। ਔਰ ਫੇਰ ਸਮੇਂ ਦਾ ਹਾਕਮ, ਪਿਸ਼ਾਬ ਦਾ ਬੰਨ ਪੈ ਗਿਆ, ਖਾਲਸੇ ਕੋਲੇ ਫਰਿਆਦ ਕੀਤੀ ਹੈ ਕਿ ਮੇਰਾ ਦੁੱਖ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ।
ਸਿੰਘਾਂ ਨੇ ਫੈਸਲਾ ਕਰਕੇ ਬਚਨ ਕੀਤਾ ਕਿ ਜਿਹੜੇ ਸੰਤ ਭਾਈ ਤਾਰੂ ਸਿੰਘ ਦੇ ਮੁਖ ਤੋਂ ਬਚਨ ਨਿਕਲ ਗਏ ਉਹਨਾਂ ਨੂੰ ਦੁਨੀਆ ਨਹੀਂ ਮੋੜ ਸਕਦੀ, ਸ੍ਰਿਸ਼ਟੀ ਨਹੀਂ ਮੋੜ ਸਕਦੀ, ਵਾਹਿਗੁਰੂ ਪਰਮੇਸ਼ਰ ਨਹੀਂ ਉਹਨਾਂ ਦੇ ਬਚਨਾਂ ਨੂੰ ਕਦੇ ਮੋੜਦਾ, ਅਟਲ ਰੱਖਦਾ ਹੈ। ਅੰਡ ਬਨਾਸੀ ਜੇਰ ਬਨਾਸੀ ਉਤਪੁਟ ਸੇਤ ਬਨਾਦਾ, ਗਿਰ ਬਸਦਾ ਜਲ ਪਵਨ ਜਾਏਗੋ ਕਸਾਦ ਬਚਨ ਅਟਲਾਦਾ। ਸਾਰੀ ਕੁਲ ਕਾਇਨਾਤ ਜਿੰਨੀ ਵੀ ਹੈ ਨਾਸ ਹੋ ਸਕਦੀ ਹੈ, ਪ੍ਰਭੂ ਦੇ ਪਿਆਰਿਆਂ ਦਾ ਬਚਨ ਨਹੀਂ ਕਦੇ ਨਾਸ ਹੁੰਦਾ, ਉਹ ਟਲ ਰਹਿੰਦਾ। ਕਹਿੰਦੇ ਉਹਨਾਂ ਦਾ ਬਚਨ ਸੀ ਕਿ ਜਦੋਂ ਸੂਬੇ ਨੇ ਭਾਈ ਸਾਹਿਬ ਦੇ ਕੇਸਾਂ ਦੀ ਬੇਅਦਬੀ ਕੀਤੀ ਤਾਂ ਭਾਈ ਸਾਹਿਬ ਨੇ ਕਿਹਾ ਸੀ ਕਿ ਰੋਮਾਂ ਦੀ ਬੇਅਦਬੀ ਦਾ ਪਾਪ ਜੋ ਤੂੰ ਆਪਣੇ ਹੱਥੀਂ ਕੀਤਾ ਤੇ ਕਰਵਾਇਆ, ਇਸ ਦੀ ਸਜ਼ਾ ਤੈਨੂੰ ਨਰਕਾਂ ਦੇ ਵਿੱਚ ਭੇਜ ਕੇ ਦੇਣੀ ਹੈ। ਤੇ ਜ਼ਕਰੀਆ ਉਸ ਵਕਤ ਕਹਿਣ ਲੱਗਾ, ਤੇਰੇ ਵਰਗੇ ਬੜੇ ਇਹੋ ਜਿਹੇ ਹੋਏ, ਅੱਗੇ ਵੀ ਆਏ ਜਿਹੜੇ ਇਹੋ ਜਿਹੇ ਬੋਲ ਬੋਲਦੇ ਆ, ਤੂੰ ਤਾਂ ਚੰਦ ਮਿੰਟਾਂ ਦਾ ਪ੍ਰਾਹੁਣਾ, ਥੋੜਾ ਸਮਾਂ ਤੇਰਾ ਜੀਵਨ ਹੈ, ਵੇਖ ਤੈਨੂੰ ਕਿਵੇਂ ਅਸੀਂ ਮੌਤ ਦੇ ਘਾਟ ਉਤਾਰਦੇ ਹਾਂ। ਸੰਤ ਦਾ ਬਚਨ ਹੋ ਗਿਆ, ਕਹਿਣ ਲੱਗੇ ਤੈਨੂੰ ਜਮ ਲੋਕ ਲਿਜਾ ਕੇ ਜੁੱਤੀ ਦੀ ਨੋਕ ਨਾਲ ਅੱਗੇ ਲਾ ਕੇ ਲੈ ਕੇ ਜਾਣਾ, ਫੇਰ ਸੱਚਖੰਡ ਨੂੰ ਜਾਣਾ। ਇਹ ਬਚਨ ਸਨ ਉਹਨਾਂ ਦੇ। ਔਰ 22 ਦਿਨ ਸੀਸ ਤੋਂ ਖੋਪਰਾ ਲੱਥਾ ਰਿਹਾ। ਸਿੰਘਾਂ ਦੇ ਪਾਸ ਫਰਿਆਦ ਗਈ। ਸਿੰਘ ਕਹਿਣ ਲੱਗੇ ਭਾਈ ਤਾਰੂ ਸਿੰਘ ਦਾ ਬਚਨ ਤਾਂ ਅਸੀਂ ਮੋੜ ਨਹੀਂ ਸਕਦੇ, ਪਰ ਇੱਕ ਉਪਾਅ ਹੈ ਕਿ ਉਸ ਸੰਤ ਦੇ ਚਰਨਾਂ ਦਾ ਜੋੜਾ ਜੇ ਦੇ ਸਿਰ ਵਿੱਚ ਵੱਜੇ ਤਾਂ ਇਹਨੂੰ ਕੁਝ ਰਾਹਤ ਮਿਲ ਸਕਦੀ ਹੈ। ਖਾਲਸੇ ਦੀ ਫਰਿਆਦ ਭਾਈ ਸਾਹਿਬ ਦੇ ਪਾਸ ਆਈ ਕਿ ਖਾਲਸੇ ਨੇ ਐਡਾ ਵੱਡਾ ਸਨਮਾਨ, ਸੰਤ ਪਦਵੀ ਕਹਿ ਕੇ ਸਨਮਾਨ ਦਿੱਤਾ। ਗੁਰੂ ਕਾਲ ਤੋਂ ਬਾਅਦ 18ਵੀਂ ਸਦੀ ਵਿੱਚ ਜੇ ਖਾਲਸੇ ਨੇ ਕਿਸੇ ਨੂੰ ਸੰਤ ਕਿਹਾ ਤਾਂ ਉਹ ਭਾਈ ਤਾਰੂ ਸਿੰਘ ਜੀ ਨੂੰ ਸੰਤ ਸ਼ਬਦ ਵਰਤਿਆ। ਜਿਹੜੇ ਅੱਜ ਕੱਲ ਕਈ ਵਾਰੀ ਸੰਤ ਸ਼ਬਦ ਦਾ ਬਿਨਾਂ ਕਾਰਨ ਤੋਂ ਵਿਰੋਧ ਕਰਦੇ ਆ, ਮੈਂ ਸਮਝਦਾ ਉਹ ਵੀ ਅਣਜਾਣ ਹੈ ਇਸ ਗੱਲ ਤੋਂ, ਜਾਂ ਕਈ ਜਾਣ ਬੁੱਝ ਕੇ ਕਰੀ ਜਾਂਦੇ ਆ। ਇੱਥੇ ਇੱਕ ਮੈਂ ਅਰਜ਼ ਕਰਦੇ ਹਾਂ ਸਾਧ ਸੰਗਤ ਜੀ, ਸੰਤ ਕਿਸੇ ਲਿਬਾਸ ਦਾ ਨਾਮ ਨਹੀਂ, ਸੰਤ ਅਵਸਥਾ ਦਾ ਨਾਮ ਹੈ, ਕਰਨੀ ਦਾ ਨਾਮ ਸੰਤ ਹੈ। ਸਤਿਗੁਰੂ ਨੇ ਫਰਮਾਨ ਕੀਤਾ ਗੁਰਬਾਣੀ ਵਿੱਚ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇੱਕ ਤਾਂ ਆਪਾਂ ਨਿਤਾ ਪ੍ਰਤੀ ਨਿਤਨੇਮ ਕਰਦੇ ਹਾਂ, ਪੰਜਾਂ ਬਾਣੀਆਂ ਦਾ, ਰਹਿ ਰਾਸ ਕੀਰਤਨ ਸੋਲਾ ਸਾਹਿਬ ਜੀ ਦਾ। ਭਾਗਾਂ ਵਾਲੇ ਸਿੱਖ ਕੋਈ ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ ਦਾ ਵੀ ਪਾਠ ਕਰਦਾ, ਕੋਈ ਪੰਜ ਗ੍ਰੰਥੀ ਦਾ, ਕੋਈ ਜਪਜੀ ਸਾਹਿਬ ਦੇ ਪਾਠ, ਕੋਈ 11, 21, 31, 51, 101 ਤੱਕ ਵੀ ਗੁਰਮੁਖ ਕਰਦੇ ਆ। ਇੱਕ ਤਾਂ ਜਾਪ ਕਰਨਾ ਆਪ ਧਿਆਨ ਪੂਰਵਕ, ਧਿਆਨ ਨਾਲ, ਔਰ ਗੁਰੂ ਦਾ ਹੁਕਮ ਮੰਨ ਕੇ ਨਿਤਨੇਮੀ ਬਣਨਾ। ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਕ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਮਰਜ਼ਾਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੰਨੀ ਹੈ। ਗੁਰਸਿੱਖ ਦੀ ਨਿਤ ਦੀ ਮਰਜ਼ਾਦਾ ਗੁਰਬਾਣੀ ਵਿੱਚ ਆਪ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਹੁਕਮ ਕਰਕੇ ਆਗਿਆ ਦੇ ਕੇ ਉਚਾਰਨ ਕੀਤੀ ਹੈ। ਇੱਕ ਨਿਤਨੇਮ ਹੈ। ਇੱਕ ਨਿਤਨੇਮ ਕਰਦਿਆਂ ਕਰਦਿਆਂ, ਸਿਮਰਨ ਜਾਪ ਕਰਦਿਆਂ ਕਰਦਿਆਂ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਪੂਰਾ ਗੁਰ ਅਖਿਆਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਦੋਂ ਪੂਰਾ ਗੁਰੂ ਕਿਰਪਾ ਦੀ ਦ੍ਰਿਸ਼ਟੀ ਸਿੱਖ ਉੱਤੇ ਪਾ ਦੇਵੇ ਨਾ, ਤਾਂ ਸਿੱਖ ਦੇ ਉੱਤੇ ਕੀ ਬਖਸ਼ਿਸ਼ ਹੁੰਦੀ ਹੈ। ਸਿੱਖ ਦੇ ਹਿਰਦੇ ਵਿੱਚੋਂ ਜਿਹੜੇ ਸਵਾਸ ਚੱਲਦੇ ਆ ਨਾ, ਸਵਾਸ ਉੱਠਦੇ ਆ, ਸਵਾਸ ਅੰਦਰੋਂ ਬਾਹਰ ਨੂੰ ਆਉਂਦੇ ਆ, ਬਾਹਰੋਂ ਮੁੜ ਕੇ ਗਰਾਸ ਦਾ ਰੂਪ ਧਾਰਨ ਕਰਕੇ ਅੰਦਰ ਜਾਂਦੇ ਆ। ਇਹਨਾਂ ਸਵਾਸਾਂ ਦੇ ਵਿੱਚ ਨਾਮ ਵਸ ਜਾਂਦਾ ਕਿ ਇੱਕ ਇੱਕ ਸਵਾਸ ਵਾਹਿਗੁਰੂ ਨਾਮ ਤੋਂ ਬਿਰਥਾ ਨਹੀਂ ਜਾਂਦਾ।
ਤੁਹਾਡੇ ਨੇੜੇ ਦੇਸ਼ ਭਗਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਹਿ ਚੁੱਕੇ ਜਥੇਦਾਰ ਮਹਾਨ ਪਰਉਪਕਾਰੀ ਸੰਤ ਬਾਬਾ ਵਿਸਾਖਾ ਸਿੰਘ ਜੀ ਦਲੇਰ ਸਾਹਿਬ ਵਾਲੇ ਹੋਏ। ਉਹਨਾਂ ਨੇ ਬਚਪਨ ਦੇ ਵਿੱਚ ਆਪਣੇ ਤਾਇਆ ਜੀ ਸਰਦਾਰ ਖੁਸ਼ਹਾਲ ਸਿੰਘ ਜੀ ਕੋਲੋਂ ਗੁਰਬਾਣੀ ਦੀ ਸੰਥਿਆ ਕੀਤੀ, ਗੁਰਬਾਣੀ ਦਾ ਨਿਤਨੇਮ ਕਰਨਾ ਸਿੱਖਿਆ ਔਰ ਦੁਨਿਆਵੀ ਵਿਦਿਆ ਵੀ ਬਾਬਾ ਜੀ ਬਹੁਤ ਜ਼ਿਆਦਾ ਪੜ੍ਹੇ ਹੋਏ ਸਨ। ਹਿੰਦੁਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਲੰਮਾ ਸਮਾਂ ਜੇ ਕਿਸੇ ਗੁਰਸਿੱਖ ਨੇ ਕੈਦ ਕੱਟੀ ਹੈ ਤਾਂ ਉਹ ਧੰਨ ਬਾਬਾ ਵਿਸਾਖਾ ਸਿੰਘ ਜੀ ਸਨ। ਔਰ ਉਹਨਾਂ ਮਹਾਂਪੁਰਖਾਂ ਦੇ ਨਾਲ ਹੀ ਇਹ ਧੰਨ ਬਾਬਾ ਸੂਬਾ ਸਿੰਘ ਸਾਹਿਬ ਜੀ ਅਲੀਪੁਰ ਵਾਲੇ ਮਹਾਂਪੁਰਖ ਸਨ, ਜਿਨ੍ਹਾਂ ਦੀ ਅੱਜ ਯਾਦ ਤਾਜ਼ਾ ਕਰ ਰਹੇ ਹਾਂ। ਇੱਕ ਦਿਨ ਬਾਬਾ ਵਿਸਾਖਾ ਸਿੰਘ ਜੀ ਸ਼ਬਦ ਹਜ਼ਾਰੇ ਬਾਣੀ ਦਾ ਨਿਤਨੇਮ ਕਰ ਰਹੇ ਸਨ ਤੇ ਕੋਲੇ ਉਹਨਾਂ ਦੇ ਤਾਇਆ ਜੀ ਬੈਠੇ ਨਿਤਨੇਮ ਸੁਣ ਰਹੇ ਸਨ। ਅੱਜ ਤਾਂ ਸਾਧ ਸੰਗਤ ਜੀ ਸਮਾਂ ਕੈਸਾ ਆ ਗਿਆ, ਮਾਪੇ ਯਤਨ ਨਹੀਂ ਕਰਦੇ ਕਿ ਆਪਣੇ ਬੱਚਿਆਂ ਨੂੰ ਕੋਲੇ ਬਿਠਾ ਕੇ ਉਹਨਾਂ ਤੋਂ ਨਿਤਨੇਮ ਸੁਣੀਏ, ਉਹਨਾਂ ਤੋਂ ਬਾਣੀ ਸੁਣੀਏ, ਉਹਨਾਂ ਤੋਂ ਗੁਰਮਤਿ ਦੇ ਬਚਨ ਸੁਣੀਏ। ਸਾਡੇ ਪੁਰਾਣੇ ਬਜ਼ੁਰਗ ਮਾਤਾਵਾਂ ਆਪਣੇ ਬੱਚਿਆਂ ਨੂੰ ਆਪਣੇ ਕੋਲੇ ਬਿਠਾ ਕੇ ਉਹਨਾਂ ਤੋਂ ਜਪਜੀ ਸਾਹਿਬ ਦਾ ਪਾਠ ਸੁਣਿਆ ਕਰਦੇ ਸਨ। ਜਾਪ ਸਾਹਿਬ ਸਵਈਏ ਚੌਪਈ ਆਨੰਦ ਸਾਹਿਬ ਦਾ ਪਾਠ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ, ਰਾਤ ਨੂੰ ਸੌਣ ਲੱਗੇ ਆਪਣੇ ਬੱਚਿਆਂ ਨੂੰ ਕਹਿਣਾ ਕੀਰਤਨ ਸੋਹਲੇ ਦਾ ਪਾਠ ਸੁਣਾਓ, ਤੇ ਬੱਚਿਆਂ ਨੇ ਸੁਣਾਉਣਾ, ਸਾਰੇ ਪਰਿਵਾਰ ਨੇ ਸੁਣਨਾ, ਮਾਪਿਆਂ ਨੇ ਸੁਣਨਾ। ਇਹ ਕਿਉਂ? ਸਾਧ ਸੰਗਤ ਦੀ ਬੱਚਿਆਂ ਦੇ ਅੰਦਰ ਪ੍ਰਪਾਟੀ ਪੈਦਾ ਕੀਤੀ ਜਾਂਦੀ ਸੀ ਕਿ ਵੱਡੇ ਹੋ ਕੇ ਇਹਨਾਂ ਦਾ ਜੀਵਨ ਨਿਤਨੇਮੀ ਬਣ ਜਾਏ, ਨਿਤਨੇਮ ਤੋਂ ਟੁੱਟਣ ਨਾ ਕਦੇ ਵਾਸਤੇ। ਆਪ ਗੁਰੂ ਘਰ ਬਜ਼ੁਰਗ ਜਾਂਦੇ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ, ਮੱਥਾ ਟੇਕਣਾ ਸਿਖਾਉਣਾ, ਸੰਗਤ ਵਿੱਚ ਬੈਠਣਾ ਸਿਖਾਉਣਾ, ਕੀਰਤਨ ਸੁਣਨਾ, ਕਥਾ ਸੁਣਨੀ, ਇਹ ਸਾਰਾ ਸਿਖਾਉਂਦੇ ਸਨ। ਬੱਚਾ ਜਨਮ ਲੈਂਦਾ, ਮਾਂ ਬੋਲ ਕੇ ਸਿਖਾਉਂਦੀ ਹੈ, ਇੱਕ ਇੱਕ ਸ਼ਬਦ ਬੋਲ ਕੇ ਸਿਖਾਉਂਦੀ ਹੈ ਬੱਚੇ ਨੂੰ ਕਿ ਆਹ ਬੋਲ ਮੇਰੇ ਮਗਰ ਮਗਰ ਬੋਲ, ਤਾਂ ਕਿ ਉਹਨੂੰ ਬੋਲਣ ਦੀ ਸੋਝੀ ਸਮਝ ਆ ਜਾਏ, ਉਹਨੂੰ ਸੰਸਾਰ ਦੇ ਵਿੱਚ ਆਪਣਾ ਸੰਬੰਧ ਜੋੜਨਾ ਆ ਜਾਏ। ਗੁਰਬਾਣੀ ਤਾਂ ਸਿਖਾਈ ਜਾਂਦੀ ਸੀ ਕਿ ਸਾਡੇ ਬੱਚੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਜਾਣ, ਗੁਰੂ ਨਾਲ ਜੁੜ ਜਾਣ, ਗੁਰਮਤਿ ਦੇ ਨਾਲ ਜੁੜ ਜਾਣ, ਗੁਰਮਤਿ ਤੋਂ ਕੋਰੇ ਨਾ ਰਹਿ ਜਾਣ। ਇਸ ਕਰਕੇ ਬੱਚਿਆਂ ਨੂੰ ਬਾਣੀ ਪੜ੍ਹਨੀ ਸਿਖਾਈ ਜਾਂਦੀ ਸੀ, ਉਹਨਾਂ ਤੋਂ ਸੁਣਿਆ ਜਾਂਦਾ ਸੀ ਗੁਰਬਾਣੀ ਦਾ ਨਿਤਨੇਮ, ਗੁਰਬਾਣੀ ਦਾ ਪਾਠ। ਤਾਇਆ ਜੀ ਸੁਣ ਰਹੇ ਸਨ ਤੇ ਬਾਬਾ ਵਿਸਾਖਾ ਸਿੰਘ ਜੀ ਦੀ ਸ਼ਬਦ ਹਜ਼ਾਰੇ ਪੜ੍ਹਦਿਆਂ ਪੜ੍ਹਦਿਆਂ ਇੱਕ ਸ਼ਬਦ ਮੇਰਾ ਪ੍ਰਾਨ ਵਸਦਾ ਹੈ, ਇਸ ਪੰਕਤੀ ਨੂੰ ਦੁਬਾਰਾ ਦੁਬਾਰਾ ਰਿਪੀਟ ਕਰ ਰਹੇ ਸਨ। ਤਾਇਆ ਜੀ ਪੁੱਛਦੇ ਆ, ਭਾਈ ਵਿਸਾਖਾ ਸਿਆ ਇਹ ਪੰਕਤੀ ਤੂੰ ਬਾਰ-ਬਾਰ ਕਿਉਂ ਪੜ੍ਹ ਰਿਹਾ? ਕਹਿਣ ਲੱਗੇ, ਬਾਬਾ ਜੀ, ਤਾਇਆ ਜੀ, ਉਹ ਅਵਸਥਾ ਕਿਹੜੀ ਹੈ ਜਦੋਂ ਪ੍ਰਾਣਾਂ ਵਿੱਚ ਇੱਕ ਗੁਰੂ ਦਾ ਸ਼ਬਦ ਵਸ ਜਾਂਦਾ, ਨਾਮ ਵਸ ਜਾਂਦਾ, ਸਿਮਰਨ ਚੱਲ ਪੈਂਦਾ। ਤੇ ਕਹਿੰਦੇ ਜਿਨ੍ਹਾਂ ਦੇ ਉਹ ਨਾਮ ਵਸ ਜਾਂਦਾ ਉਹ ਮੁੜ ਕੇ ਜੰਮਣ ਮਰਨ ਦੇ ਗੇੜੇ ਵਿੱਚ ਨਹੀਂ ਆਉਂਦੇ, ਸੰਸਾਰ ਵਿੱਚ ਦੁਬਾਰਾ ਜਨਮ ਨਹੀਂ ਲੈਂਦੇ, 84 ਦੇ ਵਿੱਚ ਨਹੀਂ ਪੈਂਦੇ। ਉਹ ਅਵਸਥਾ ਕਿਹੜੀ ਹੈ? ਤਾਂ ਬਾਬਾ ਖੁਸ਼ਹਾਲ ਸਿੰਘ ਜੀ ਕਹਿਣ ਲੱਗੇ, ਭਾਈ ਵਿਸਾਖਾ ਸਿੰਘ, ਜਦੋਂ ਤੂੰ ਖੰਡੇ ਦਾ ਅੰਮ੍ਰਿਤ ਛਕ ਕੇ ਨਾ, ਪੰਜਾਂ ਪਿਆਰਿਆਂ ਨੇ ਤੈਨੂੰ ਵਾਹਿਗੁਰੂ ਮੰਤਰ, ਮੂਲ ਮੰਤਰ ਦਾ ਨਾਮ ਬਖਸ਼ਿਸ਼ ਕਰਨਾ ਗੁਰੂ ਦੀ ਹਜ਼ੂਰੀ ਵਿੱਚ, ਫਿਰ ਤੂੰ ਨਾਮ ਜਪਦਿਆਂ ਜਪਦਿਆਂ, ਸਿਮਰਨ ਕਰਦਿਆਂ ਕਰਦਿਆਂ, ਪਹਿਲਾਂ ਤਾਂ ਅਸਲ ਜਾਪ ਹੁੰਦਾ ਸਾਧ ਸੰਗਤ ਜੀ ਬੈਖਰੀ ਬਾਣੀ ਦੁਆਰਾ, ਰਸਨਾ ਨਾਲ ਬੋਲ ਕੇ ਜਿਹੜਾ ਬਚਨ ਕਰਨਾ ਨੂੰ ਇਹਨੂੰ ਬੈਖਰੀ ਬਾਣੀ ਕਹਿੰਦੇ ਆ। ਇਸ ਕਰਕੇ ਬੋਲ ਕੇ ਜਿਹੜਾ ਆਪਾਂ ਇੱਕ ਦੂਜੇ ਨਾਲ ਵਾਰਤਾਲਾਪ ਕਰਦੇ ਇਹਨੂੰ ਬੈਖਰੀ ਬਾਣੀ ਬੋਲਿਆ ਜਾਂਦਾ। ਵੈਸੇ ਇਹ 4 ਬਾਣੀਆਂ ਹਨ। ਬੋਲ ਕੇ ਵਾਹਿਗੁਰੂ ਦਾ ਨਾਮ ਜਪਣਾ ਇਹ ਬੈਖਰੀ ਬਾਣੀ ਹੈ। ਮੱਧਮਾ ਕੰਠ ਦੇ ਵਿੱਚ ਜਪਣਾ, ਆਪਣਾ ਆਪ ਸੁਣਨਾ, ਕੋਈ ਦੂਸਰਾ ਨੇੜੇ ਬੈਠਾ ਨਾ ਸੁਣੇ।
तीसरा है साध संग जी पसंती हिरदे दे विच नाम चलना। फिर इस तो अगे परा बाणी नाभि तो अगे जो रोम रोम दे विच, और इन्हां बाणियां दा फल भी बहुत वड्डा। जिथे बैखरी बाणी दा बोल के पाठ करन दा हजारां गुणा फल है ना, उत्थे मध्यमा दे विच सिमरन करदा 10,000 गुणा फल है। ते हिरदे विच पसंती दे विच जदों गुरमुख दे नाम वस जांदा, उत्थे साध संगत जी लखां गुणा उस नूं नाम जपे दा फल मिलदा। और परा दे विच जदों बाणी चली जांदी है फिर करोड़ां गुणा फल, क्योंकि एक एक रोम 7 करोड़ तो उत्ते साडे शरीर ते रोम है। एक एक रोम जिहड़ा वाहिगुरू 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 दा नाम जपदा ते करोड़ां गुणा फल प्राप्त हो जांदा। राजा पिरथू होया त्रेते युग दे विच, पिरथू नूं वाहिगुरू परमेश्वर ने साध संगत जी नाम दा ऐसा रस बख्शिया, उन्हें अरदास कीती है वाहिगुरू परमेश्वर भगवान कृपा कर, मैनू ऐसा तेरे नाम विचों तेरी भगती दे जाप विचों आनंद आ रहा, मेरियां 2 जबानां हो जाण। ऐसा आनंद ऐसा रस आकाश बाणी होई तथा अस्तु, कहंदे जिवें तू चितविया उवें हो जाएगा। 2 जबानां बन गईयां। फिर ऐसा आनंद आया, कहन लगे महाराज मेरियां 500 जबान 1000 जबान लखां ही जबानां, अखीर कहंदे करोड़ां ही जबानां बन जाण। जदों परा विच अवस्था गई, कहंदे महाराज भुख नहीं मिट रही, इन्ना आनंद इन्ना रस, आनंद दे समुंदर दे विच मैं गोते ला रहा, होर आनंद किवें मिलेगा। आकाश बाणी होई, कहंदे पिरथू हुण तू परा तो उत्ते जा रहा, ते हुण तू साडे विच ही आके भेद हो जा, आनंद दे समुंदर विच ही मिल जा, तू हुण वख ना रह, आनंद दे समुंदर विच ही लीन हो जा। वो वाहिगुरू ने अवस्था अपने विच लीन कर लई, आनंद दा समुंदर बन गया। क्यों भाई रोम रोम भी जुबान बन जाती है, रोम रोम उन्हां दा वाहिगुरू वाहिगुरू बोलदा। जिवें दमदमी टकसाल दे 11वें मुखी पंथ रतन ब्रह्म ज्ञानी संत बाबा सुंदर सिंह जी भिंडरां वालियां नूं ਸਿੰਘਾਂ ने बेनती की सी कि महाराज गुरबाणी दीयां पंक्तियां बड़ी वेरी पढ़ियां, धरत पताल आकाश है मेरी जिंदड़ीए, सब हर हर नाम ध्यावै राम। धरती भी कहंदे नाम ध्याउंदी है, पताल भी नाम ध्याउंदा, आकाश भी नाम ध्याउंदा, सारा खंड ब्रह्मंड नाम ही ध्या रिहा। पर सानू तां कदे सुनिया नहीं, असी तां कदे महसूस नहीं किया कि धरती भी तेरा नाम जपदी है, आकाश भी तेरा नाम जप रहा, पताल भी तेरा नाम जपदा। सानू नहीं पता लगा अज तक। महापुरुष कहन लगे भाई कोई नहीं समा आएगा। ਸਿੰਘਾਂ ने फिर बेनती की, तो एक दिन अपनी मौज विच आए। जेडे महापुरुष हुंदे आ ना, जदों बख्शिश के घर विच आउंदे आ तां मौज नाल अंदरों प्रसन्न हो के बख्शिश करदे। सतगुरु जी ने भी गुरबाणी विच असली करामात किसनूं कहा है, धन गुरु नानक साहिब फरमान करते हैं, नानक सा करमात साहिब तुठै जो मिलै। मालक त्रुठ के आप हिरदे विचों प्रसन्न हो के जिहड़ी दात दे देवे, वो करामातां दी भी करामात हुंदी है। प्रसन्न हो के, एक मंगनी एक मिलनी बहुत अंतर है। मंगना भी गुरु कोलों है, गुरु बख्शिश करते सारियां दातां, मान मांगो तान मांगो, धन लक्ष्मी सुत दे है, जो मांगे ठाकुर अपने ते सोई सोई देवे। सिख मंगदा गुरु कोलों ही है, मिलदा भी है। पर कई मेरी गुरु त्रुठ के बख्शिशां कर दिंदे, बख्शिशां नाल नवाज दिंदे। साध संगत जी, त्रुठ के बख्शिश प्राप्त होनी ये अलौकिक और वखरा ही आनंद है, किरपा हुंदी है उहदे विच। सो महापुरख त्रुठे कहन लगे चंगा भाई कल नूं अमृत वेले
केसी इशनान करके साफ वस्त्र पा के गुरुद्वारा अखंड प्रकाश भिंडर कलां दे चगिरदे विच अकाल कुटिया जगह बनी हुई है, उहदे इर्द गिर्द कमरे बने हुए हैं। उदों उत्थे धन गुरु ग्रंथ साहब जी का पहला प्रकाश किया जाता सी। गुरुद्वारा साहब की सेवा चल रही सी ते महापुरुष कहंदे अमृत वेले 2 बजे सारे सिंह भाई महाराज की हजूरी च आ जाए। 8 सिंह ही केवल आ सके, सारे नहीं आए। जथे विचों केवल 8 सिंह ही अमृत वेले उठ के जिन्हां दे हिरदे विच चाह सी, उमाह सी नाम जपण दा, नाम दी प्राप्ति करन दा, ये विरलियां दे अंदर उत्साह, उमाह अते लगन होया करदी है। हर एक जे सारी दुनिया ही नाम जपण लग जाए फिर साध संग जी सारी दुनिया ही मुक्त हो जाए ना। पाप पुण्य तो इस धरती ते रहे ही ना, पर वाहिगुरू दा हुक्म है। जिन्हां ने किरपा प्राप्त करनी है, किरपा उन्हां ते ही होनी है। सो 8 सिंह आए, अमृत वेले का टाइम है। महापुरखा ने धन गुरु ग्रंथ साहब की हजूरी विच अरदास की। अरदास करके हुक्मनामा लैके अपनी रसना तो मूल मंत्र 5 वेरी पढ़ के वाहिगुरू शब्द जदों 5 वेरी पढ़िया ना, रसना तो बोल के उचारिया, कले कले सिंह नूं श्वास श्वास रोम रोम विचों वाहिगुरू शब्द सुनाई देन लग पिया। और जिहड़ियां अकाल कुटिया दियां कंधां दरवाजे तख्ते सन, तख्तियां सन, बारियां, जिथे भी कन लाउण हर थां विचों वाहिगुरू वाहिगुरू दी धुन लगातार सुनाई देवे। जे ध्यान आकाश वाल जांदा तां आकाश वाहिगुरू वाहिगुरू दा नाम जपदा सुन रिहा। धरती वाल ध्यान जांदा तां धरती विचों वाहिगुरू 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 दा नाम सुनाई दे रिहा। बिरती जिहड़ी इन्नी नाम विच लीन हो गई सिंघां दी, मन अफुर चले गया, अफुर अवस्था विच। 8 दिन लगातार समाधियां लगियां रहियां, नाम विच तुरे फिरदे आ, भावें क्रिया कर्म करदे आ, पर अंतर आत्मे परमेश्वर दे नाम विच, वाहिगुरू नाम विच सुरत चढ़ी हुई है, जुड़ी हुई है। तो 8 दिनों बाद महापुरखा ने फिर अरदास करके सिंघां नूं उस जिहड़ा ध्यान दे विच मगन सन उस वल्लों बिरती महापुरखा ने फिर थले लियांदी। सिंघां ने बेनती की, महाराज बड़ा ही आनंद सी, आनंद दे समुद्र विच तारियां ला रहे सां, ये की हो गया? कहण लगे भाई ये तुहानूं नज़ारा विखाया। उदों एक दृष्टांत दिता सतपुरुषां ने, कहंदे जिहड़ा छोटा बच्चा हुंदा ना, जदों किते कोई मेला लगा हुंदा तां मेला विखाउण वास्ते बाप जिहड़ा अपने मोढियां ते चुक के छोटे बालक नूं मेला दिखा दिंदा सारा। जदों फिर वड्डा हुंदा फिर आप उस मेले नूं वेखदा। कहंदे ये तुहानूं गुरु महाराज दी किरपा नाल ये आनंद दा नाम दा झलकारा विखाया गया, पर कमाई हुण तुसीं आप करो, कमाई आप ही करनी पैंदी है। ये तां एक झलक मात्र गुरमुखां दी किरपा हुंदी है, वैसे करनी मेहनत मशक्कत, जिन्नी नाम ते आया गए मशक्कत का, नानक ते मुख उजले केती छुट्टी नाल। धन गुरु तेग बहादुर साहब जी का 400 साला अवतार गुरपुरब आपां 1 मई नूं मनाउण जा रहे हैं ना। उन्होंने कमाई नहीं की। बाबा बकाला साहब भोरा साहब 26 साल 9 महीने 13 दिन लगातार नाम की कमाई की। धन गुरु नानक साहब महाराज जी ने किन्नी घालना घाली थां पुर थां। करतारपुर साहब हजूर सारी सारी रात पोह माघ के दिनों विच, पोह माघ दियां ठरदियां रातां दे विच गल गल पानी रावी दे विच खलोते रहिंदे। बाबा बुढ़ा जी कहन लगे महाराज इन्ना कष्ट इन्नी खेचला क्यों, इन्ना दुख सहार रहे हो पाले दा ठंड दा? कहन लगे भाई अपने गुरसिख पुत्रां लई कि ये जिहड़ी कीती घालना इहदे विचों साडे सिख पंथ नूं नाम दी कमाई दी शक्ति मिलेगी। किणका किणका नाम दा प्राप्त होएगा। जिहड़े नाम कमाउणगे ना
ਉਹਨਾਂ ਦੀ ਕਮਾਈ ਇਸ ਨਾਮ ਦੀ ਕਮਾਈ ਨਾਲ ਰਲ ਕੇ ਲੱਖਾਂ ਗੁਣਾ ਉਹਨਾਂ ਦਾ ਖਜ਼ਾਨਾ ਜਮ੍ਹਾਂ ਹੋ ਜਾਏਗਾ। ਇਸ ਲਈ ਘਾਲਣਾ ਆਪਣੇ ਸਿੱਖ ਪੰਥ ਸਿੱਖ ਪੁੱਤਰਾਂ ਲਈ ਘਾਲ ਰਹੇ। ਸਤਿਗੁਰਾਂ ਨੇ ਘਾਲਣਾ ਘਾਲੀ। ਮਹਾਂਪੁਰਖ ਕਹਿੰਦੇ ਭਾਈ ਆਪ ਘਾਲਣਾ ਘਾਲੋ, ਐਸੀ ਅਵਸਥਾ। ਇਸ ਕਰਕੇ ਜਿਹੜੀ ਐਸੀ ਅਵਸਥਾ ਵੀ ਜਿਉਂਦੇ ਜੀ ਮੁਕਤ ਹੋ ਜਾਣਾ ਸੰਸਾਰ ਦੇ ਬੰਧਨਾਂ ਤੋਂ। ਤੈਸਾ ਹਰਕ ਤੈਸਾ ਸੋਕ, ਸਦਾ ਅਨੰਤ ਨਹੀਂ ਵਿਯੋਗ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਸੰਤ ਬਾਬਾ ਖੁਦਾ ਸਿੰਘ ਜੀ, ਜਿਨ੍ਹਾਂ ਦਾ ਨਾਮ ਤੁਸੀਂ ਬੜੀ ਵੇਰੀ ਸੁਣਿਆ। ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਤੋਂ ਵਰੋਸ ਆਏ ਹੋਏ ਸਨ। ਮੁਲਤਾਨ ਦਾ ਗਵਰਨਰ ਮੂਲ ਰਾਜ 500 ਰੁਪਇਆ ਚਾਂਦੀ, ਬੜਾ ਸੋਹਣਾ ਪੁਸ਼ਾਕਾ ਤੇ ਤਿੱਲੇਦਾਰ ਜੋੜਾ ਵੀ ਸੋਨੇ ਦੀਆਂ ਤਾਰਾਂ ਦਾ ਕਢਾਇਆ ਹੋਇਆ। ਮੁਲਤਾਨ ਇੱਕ ਬਾਗ ਵਿੱਚ ਮਹਾਂਪੁਰਖ ਆਪਣੀ ਲੱਤ ਤੇ ਲੱਤ ਰੱਖ ਕੇ ਧਰਤੀ ਦੇ ਉੱਤੇ ਢੋਲ ਲਾ ਕੇ ਬਿਰਾਜੇ ਹੋਏ ਸਨ। ਭੇਟਾ ਕਰਨ ਵਾਸਤੇ ਲੈ ਕੇ ਆਇਆ। ਨਮਸਕਾਰ ਕਰਕੇ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ। ਬਾਬਾ ਜੀ ਕਹਿੰਦੇ ਦੱਸ ਮੂਲ ਰਾਜ ਕੀ ਇੱਛਾ? ਕਹਿੰਦਾ ਜੀ ਜੀਵਨ ਮੁਕਤ ਦੀ ਕੀ ਅਵਸਥਾ ਹੁੰਦੀ ਹੈ? ਕਹਿੰਦੇ ਪਹਿਲਾਂ ਜਿਹੜੀਆਂ ਕੀਮਤੀ ਵਸਤੂਆਂ ਲੈ ਕੇ ਆਏ ਆ, ਪਹਿਲਾਂ ਸਾਡੇ ਪਹਿਨਾ ਤਾਂ ਦੇ ਨਾ। ਸੁਨਹਿਰੀ ਰੁਪਹਿਰੀ ਸੋਨੇ ਚਾਂਦੀ ਦੀਆਂ ਤਾਰਾਂ ਦੇ ਕਢਾਏ ਹੋਏ ਵਸਤਰ। ਬਹੁਤਾ ਹੀ ਸ਼ਰਧਾਲੂ ਸੀ, ਗਵਰਨਰ ਸੀ ਉਸ ਸਮੇਂ ਮੁਲਤਾਨ ਦਾ। ਕਿਹੜਾ ਧਨ ਦੀ ਕਮੀ ਸੀ। ਉਹ ਸੋਨੇ ਔਰ ਚਾਂਦੀ ਦੀਆਂ ਤਾਰਾਂ ਦੇ ਵਸਤਰ ਮਹਾਂਪੁਰਖਾਂ ਦੇ ਧਾਰਨ ਕਰਵਾਏ। ਫਿਰ 500 ਦਮੜਾ ਭੇਟਾ ਕੀਤਾ ਚਾਂਦੀ ਦਾ ਰੁਪਇਆ। ਫਿਰ ਚਰਨਾਂ ਵਿੱਚ ਜੋੜਾ ਪਵਾਇਆ, ਜਿਹੜਾ ਆਪ ਕਹਿ ਕੇ ਮੋਚੀ ਤੋਂ ਤਿਆਰ ਕਰਵਾਇਆ ਸੀ ਸੋਨੇ ਦੀਆਂ ਤਾਰਾਂ ਦਾ। ਤੇ ਫਲ ਹੋਰ ਪਦਾਰਥ ਭੇਟਾ ਕਰਕੇ ਨਮਸਕਾਰ ਕੀਤੀ। ਮਹਾਂਪੁਰਖ ਫਿਰ ਲੇਟ ਗਏ ਆਪਣੀ ਮੌਜ ਵਿੱਚ। ਬੜੀ ਉੱਚ ਅਵਸਥਾ ਦੇ ਮਾਲਕ ਸਨ ਧੰਨ ਬਾਬਾ ਖੁਦਾ ਸਿੰਘ ਸਾਹਿਬ ਜੀ। ਉਹਨੇ ਫੇਰ ਕਹਿਤਾ ਜੀ ਜੀਵਨ ਮੁਕਤਾਂ ਦੇ ਲੱਛਣ ਕੀ ਹੁੰਦੇ ਆ? ਤੀਜੀ ਵਾਰੀ ਫੇਰ ਕਹਿਤਾ। ਪਿਆ ਨੇ ਥੋੜਾ ਜਿਹਾ ਢੋਲ ਆ ਕੇ ਆਸਰਾ ਦੇ ਕੇ ਸਰੀਰ ਨੂੰ ਨਾ ਦੋਨੋਂ ਜੋੜੇ ਜ਼ੋਰ ਦੀ ਉਹਦੇ ਮੂੰਹ ਤੇ ਮਾਰ ਕੇ ਥੱਲੇ ਸਿੱਟ ਦਿੱਤਾ। ਟੋਪੀ ਟਾਪੀ ਲੈ ਕੇ ਕਿਧਰੇ ਗਈ। ਕਹਿੰਦੇ ਜੀਵਨ ਮੁਕਤ ਦੇ ਲੱਛਣ ਹੁੰਦੇ ਆ ਜੇ ਸੁਣਨੇ ਹੀ ਸੀ। ਕਹਿੰਦੇ ਤੇਰੇ ਵਰਗਾ ਰਾਜਾ ਇੰਨਾ ਪ੍ਰੇਮ ਕਰੇ, ਭੇਟਾ ਕਰੇ, ਤਾਂ ਵੀ ਉਹਦੀ ਕੋਈ ਖੁਸ਼ਾਮਦ ਨਾ ਕਰੇ ਜੀਵਨ ਵਿੱਚ। ਕਿ ਸਾਡਾ ਐਡਾ ਵੱਡਾ ਪ੍ਰੇਮੀ ਆ, ਸ਼ਰਧਾਲੂ ਹੈ, ਜੇ ਇਹਨੂੰ ਕੋਈ ਸ਼ਬਦ ਕਹਿਤਾ ਕਿਤੇ ਨਾਰਾਜ਼ ਨਾ ਹੋ ਜਾਏ। ਕਈ ਵਿਚਾਰੇ ਸੰਤ ਅਮੀਰਾਂ ਤੋਂ ਹੀ ਡਰੀ ਜਾਂਦੇ, ਅਮੀਰਾਂ ਦੀਆਂ ਖੁਸ਼ਾਮਦਾਂ ਕਰੀ ਜਾਂਦੇ ਆ। ਪਰ ਕਹਿੰਦੇ ਮੈਨੂੰ ਕੋਈ ਭੈ ਨਹੀਂ ਹੈ। ਕਹਿੰਦੇ ਉਹ ਸਾਹਮਣੇ ਜਿਹੜਾ ਵਿਚਾਰਾ ਗਰੀਬ ਬੈਠਾ ਭੁੱਖਾ ਪਿਆਸਾ, ਉਸ ਕੋਲੇ ਗਏ, ਸਾਰੇ ਵਸਤਰ ਜੋੜਾ ਮਾਇਆ ਉਹਨੂੰ ਦੇ ਦਿੱਤੀ। ਕਹਿੰਦੇ ਜੀਵਨ ਮੁਕਤ ਇਸ ਨੂੰ ਕਹਿੰਦੇ ਆ। ਤੇਰੇ ਵਰਗੇ ਬਾਦਸ਼ਾਹ ਦੀ ਪਰਵਾਹ ਨਾ ਕਰੇ ਤੇ ਗਰੀਬ ਤੋਂ ਨਫ਼ਰਤ ਨਾ ਕਰੇ। ਕਿਹੋ ਜਿਹਾ ਜੀਵਨ ਸੀ ਉਹਨਾਂ ਦਾ। ਸਾਧ ਸੰਗਤ ਜੀ, ਗਰੀਬਾਂ ਦੇ ਮੁਹੱਲੇ ਇੱਕ ਲੜਕੀ ਬੱਚੇ ਨੂੰ ਜਨਮ ਦੇਣ ਵਾਸਤੇ ਪ੍ਰਸੂਤਾ ਦੀ ਪੀੜਾ ਦੇ ਵਿੱਚ ਬੜੀ ਵਿਆਕੁਲ ਹੈ। ਵਿਆਕੁਲ ਕਿਉਂ ਹੈ? ਦੁੱਧ ਵਾਲੇ ਅਸਥਾਨਾਂ ਵਿੱਚ ਪਾਕ ਪਈ ਹੋਈ ਹੈ ਤੇ ਦੁੱਖ ਨਹੀਂ ਸਹਾਰਿਆ ਜਾ ਰਿਹਾ। ਇਲਾਜ ਕਰਾਉਣ ਜੋਗੇ ਪੈਸੇ ਨਹੀਂ ਕੋਲ ਦੀ ਲੰਘੇ ਉਸ ਮੁਹੱਲੇ ਵਿੱਚ। ਚੀਕਾਂ ਸੁਣ ਕੇ ਕੋਲੇ ਗਏ। ਜਦੋਂ ਪ੍ਰਸੂਤਾ ਦੀਆਂ ਪੀੜਾਂ ਹੁੰਦੀਆਂ ਵੇਖੀਆਂ, ਅੱਖਾਂ ਤੇ ਆਪਣਾ ਪਰਨਾ ਬੰਨ ਕੇ ਅਸਥਾਨਾਂ ਵਿੱਚੋਂ ਸਾਰਾ ਪਾਕ ਚੂਸ ਕੇ ਸਾਧ ਸੰਗਤ ਜੀ ਬਾਹਰ ਕੁਰਲੀਆਂ ਕੀਤੀਆਂ ਤੇ ਬੱਚੇ ਨੂੰ ਜਨਮ ਦਵਾ ਦਿੱਤਾ। ਗਰੀਬ ਲੜਕੀ ਦੇ ਉੱਤੇ ਐਡਾ ਵੱਡਾ ਪਰਉਪਕਾਰ ਕੀਤਾ। ਐਸੇ ਮਹਾਂਪੁਰਖ ਸਨ ਧੰਨ ਬਾਬਾ ਖੁਦਾ ਸਿੰਘ ਜੀਵਨ ਮੁਕਤ। ਪਟਿਆਲੇ ਗਏ। ਪਟਿਆਲੇ ਕਿਸੇ ਮਨ ਚਲੇ ਨੇ 7 ਕਿਸਮ ਦੀਆਂ ਜ਼ਹਿਰਾਂ ਰਲਾ ਕੇ ਇੱਕ ਬਾਟਾ ਤਿਆਰ ਕਰ ਲਿਆ ਵੱਡਾ।
ਤੇ 500 ਸਾਧੂ ਬੈਠੇ ਆ, ਉਹਨਾਂ ਦੇ ਪਾਸ ਆ ਗਿਆ, ਆ ਕੇ ਕਹਿਣ ਲੱਗਾ ਜੇ ਤੁਸੀਂ ਬ੍ਰਹਮ ਗਿਆਨੀ ਹੋ, ਜੀਵਨ ਮੁਕਤ ਹੋ, ਤਾਂ ਗੁਰੂ ਅਰਜਨ ਦੇਵ ਜੀ ਦੇ ਬਚਨ ਹੈ, ਤੈਸਾ ਅੰਮ੍ਰਿਤ ਐਸੀ ਬਖਾਟੀ। ਕਹਿੰਦੇ ਜੀਵਨ ਮੁਕਤ ਨੂੰ ਅੰਮ੍ਰਿਤ ਵੀ ਤੇ ਜ਼ਹਿਰ ਵੀ ਇੱਕੋ ਜੀ ਹੁੰਦੀ ਹੈ। ਆ ਪੀਓ ਮੇਰਾ ਜ਼ਹਿਰ ਦਾ ਪਿਆਲਾ, ਕੋਈ ਨਾ ਪੀਵੇ। 500 ਦਾ 5 ਸਾਧੂ, 500 ਦਾ 500 ਇਨਕਾਰ ਕਰ ਗਿਆ। ਕਹਿੰਦੇ ਜਿਉਂਦੇ ਜੀ ਥੋੜੋ ਮਰਿਆ ਜਾਂਦਾ ਤੇਰੇ ਕੋਲੋਂ ਜ਼ਹਿਰ ਪੀ ਕੇ। ਬਾਬਾ ਖੁਦਾਸ ਸਿੰਘ ਜੀ ਆਪਣੀ ਮਸਤੀ ਵਿੱਚ ਝੂਮ ਰਹੇ ਸਨ, ਭਗਤੀ ਦਾ ਰੰਗ ਚੜਿਆ ਹੋਇਆ, ਨਾਮ ਦੀ ਮਸਤੀ ਵਿੱਚ ਝੂਮ ਰਹੇ ਆ। ਕਟੋਰਾ ਲੈ ਕੇ ਚੱਲਦਾ ਚੱਲਦਾ ਜ਼ਹਿਰ ਦਾ ਉਹ ਮਹਾਂਪੁਰਸ਼ਾਂ ਦੇ ਪਾਸ ਚਲੇ ਗਿਆ। ਮਹਾਂਪੁਰਖਾਂ ਨੂੰ ਵੀ ਸਵਾਲ ਕਰਤਾ, ਕਹਿੰਦੇ ਜੇ ਤੂੰ ਪੂਰਾ ਸਾਧੂ ਹੈ ਨਾ, ਜੀਵਨ ਮੁਕਤ ਹੈ, ਤਾਂ ਮੇਰਾ ਜ਼ਹਿਰ ਦਾ ਪੀਲਾ ਪੀ ਕੇ ਜਿਉਂਦਾ ਰਹਿ ਕੇ ਵਿਖਾ। ਚੁੱਪ ਕਰ ਗਏ। ਫੇਰ ਕਿਹਾ, ਤੀਜੀ ਵਾਰੀ ਕਿਹਾ, ਕਹਿੰਦੇ ਲਿਆ ਭਾਈ, ਵਾਹਿਗੁਰੂ ਕਹਿ ਕੇ ਫੜ ਲਿਆ। ਉਹ ਸਾਰਾ ਕਟੋਰਾ ਜ਼ਹਿਰ ਦਾ ਪੀ ਲਿਆ, ਜਿਹਦੀ ਇੱਕ ਬੂੰਦ ਪੀਣ ਨਾਲ ਹੀ ਬੰਦਾ ਮਰ ਸਕਦਾ ਸੀ। 8 ਪਹਿਰ ਸਮਾਧੀ ਵਿੱਚ ਹੀ ਬੈਠੇ ਰਹੇ ਬਾਬਾ ਖੁਦਾਸ ਸਿੰਘ ਜੀ, 8 ਪਹਿਰ। ਐਸੀ ਅਵਸਥਾ ਦੇ ਮਾਲਕ, ਜੀਵਨ ਮੁਕਤ ਦੀ ਐਸੀ ਅਵਸਥਾ। ਤੈਸਾ ਹਰਖ ਤੈਸਾ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਇਹ ਬਾਬਾ ਸੂਬਾ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਦੇਸ਼ ਲਈ, ਕੌਮ ਲਈ ਬੜੀ ਵੱਡੀ ਕੁਰਬਾਨੀ ਕੀਤੀ। ਤਾਨੋ ਗਦਰੀ ਬਾਬੇ ਸਨ। ਸਾਧ ਸੰਗਤ ਜੀ, ਗੁਰਸਿੱਖੀ ਧਰਮ ਦੇ ਵਿੱਚ ਜਿੰਨੇ ਵੀ ਮੋਰਚੇ ਅੱਜ ਤੱਕ ਲੱਗੇ ਆ ਨਾ, ਗੁਰਸਿੱਖਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਮੋਰਚੇ ਲਾਏ ਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ। ਜਿੰਨਾ ਚਿਰ ਸਿੱਖ ਗੁਰੂ ਤੋਂ ਦੂਰ ਗਏ ਆ, ਕਿਸੇ ਵੀ ਮੋਰਚੇ ਵਿੱਚ, ਕਿਸੇ ਵੀ ਸੰਘਰਸ਼ ਵਿੱਚ ਸਿੱਖਾਂ ਨੂੰ ਕਦੇ ਕਾਮਯਾਬੀ ਨਹੀਂ ਮਿਲੀ। ਇਤਿਹਾਸ ਪੜ੍ਹ ਕੇ ਵੇਖ ਲਓ। ਉਹ ਗਦਰੀ ਬਾਬਿਆਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ ਜੇ ਬੀੜਾ ਚੁੱਕਿਆ ਨਾ, ਤਾਂ ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤ ਜੀ ਇਸ਼ਨਾਨ ਕਰਨਾ, ਗੁਰਬਾਣੀ ਦਾ ਰੱਜ ਰੱਜ ਕੇ ਨਿਤਨੇਮ ਕਰਨਾ, ਅਭਿਆਸ ਕਰਨਾ, ਔਰ ਜ਼ਾਲਮਾਂ ਦਾ ਮੁਕਾਬਲਾ ਕਰਨਾ, ਤਸੀਹੇ ਝੱਲਣੇ। ਕਹਿਣ ਨੂੰ ਕਹੀ ਜਾਂਦੇ ਆ ਕਿ ਗਾਂਧੀ ਨੇ ਆਜ਼ਾਦੀ ਲੈ ਕੇ ਦਿੱਤੀ ਚਰਖਾ ਚਲਾ ਕੇ। ਚਰਖਾ ਤਾਂ ਚਲਾਇਆ, ਪਰ ਆਜ਼ਾਦੀ ਉਹਦੇ ਚਰਖੇ ਨੇ ਨਹੀਂ ਲੈ ਕੇ ਦਿੱਤੀ। ਆਜ਼ਾਦੀ ਲੈ ਕੇ ਦਿੱਤੀ ਦੇਸ਼ ਭਗਤ ਗੁਰਸਿੱਖ ਮਹਾਂਪੁਰਖ, ਉਹਨਾਂ ਭਗਤਾਂ ਨੇ, ਉਹਨਾਂ ਬਾਬਿਆਂ ਨੇ, ਜਿਨ੍ਹਾਂ ਨੇ ਸਿੱਖ ਕੌਮ ਦੇ ਵਿੱਚ ਬੜੀਆਂ ਲਾਮਿਸਾਲ ਕੁਰਬਾਨੀਆਂ ਕੀਤੀਆਂ। ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ 87% ਤੋਂ ਉੱਤੇ ਸਿੱਖ ਕੌਮ ਦੀ ਕੁਰਬਾਨੀ ਹੋਈ ਹੈ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ। ਤੇ ਜੇ ਗਾਂਧੀ ਦਾ ਚਰਖਾ ਆਜ਼ਾਦ ਕਰਾਉਂਦਾ ਸੀ, ਫਿਰ ਇਹਨਾਂ ਕੁਰਬਾਨੀਆਂ ਦੀ ਕੀ ਲੋੜ ਰਹਿ ਗਈ। ਪੰਜਾਬ ਚੋਂ ਗੁਰਸਿੱਖ ਉੱਠੇ, ਧੰਨ ਗੁਰੂ ਗ੍ਰੰਥ ਸਾਹਿਬ ਦਾ, ਬਾਣੀ ਦਾ, ਗੁਰਸਿੱਖੀ ਦਾ ਆਸਰਾ ਲੈ ਕੇ ਉਹਨਾਂ ਨੇ ਸਮੇਂ ਦੇ ਸਾਮਰਾਜ ਦੇ ਨਾਲ ਟੱਕਰ ਲਈ ਔਰ ਹਿੰਦੁਸਤਾਨ ਨੂੰ ਜ਼ਾਲਮਾਂ ਦੀ ਗੁਲਾਮੀ ਦੇ ਵਿੱਚੋਂ ਆਜ਼ਾਦ ਕਰਵਾਇਆ। ਬਾਣੀ ਬਾਣੇ ਦੇ, ਭਗਤੀ ਦੇ, ਨਾਮ ਦੇ, ਗੁਰੂ ਦੇ ਆਸਰੇ। ਔਰ ਜਦੋਂ ਦੇਸ਼ ਆਜ਼ਾਦ ਹੋ ਗਿਆ, ਫਿਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਨਾ ਬਾਬਾ ਵਿਸਾਖਾ ਸਿੰਘ ਜੀ, ਨਾ ਉਹਨਾਂ ਦੇ ਨਾਲ ਦੇ ਗੁਰਸਿੱਖਾਂ ਨੇ, ਬਾਬਾ ਗੁਰਦਿੱਤ ਸਿੰਘ ਜੀ ਵਰਗੇ ਅਤੇ ਹੋਰ ਜਿੰਨੇ ਬਜ਼ੁਰਗ ਸਨ, ਕਿਸੇ ਨੇ ਸਾਧ ਸੰਗਤ ਦੀ ਪੈਨਸ਼ਨ ਨਹੀਂ ਲਈ, ਕਿਸੇ ਨੇ ਕੋਈ ਅਹੁਦਾ ਨਹੀਂ ਲਿਆ, ਕਿਸੇ ਨੇ ਕੋਈ ਲੀਡਰੀ ਨਹੀਂ ਲਈ। ਨਿਸ਼ਕਾਮ ਕੌਮ ਦੀ ਸੇਵਾ ਕੀਤੀ। ਔਰ ਬਾਬਾ ਸੂਬਾ ਸਿੰਘ ਜੀ ਨੇ ਇਸ ਸਥਾਨ ਤੇ, ਇੱਥੇ ਜੰਗਲ ਸੀ, ਝਿੜੀ ਸੀ, ਉਸ ਝਿੜੀ ਵਿੱਚ ਰਹਿ ਕੇ ਕੱਚਾ ਭੋਰਾ ਬਣਾ ਕੇ ਇੱਥੇ ਬਾਣੀ ਦਾ ਅਭਿਆਸ ਕੀਤਾ, ਨਾਮ ਜਪਿਆ, ਨਾਮ ਦੀ ਘਾਲਣਾ ਘਾਲੀ, ਅਖੀਰਲੇ ਸਵਾਸ ਤੱਕ ਸਿਮਰਨ ਕਰਦੇ ਰਹੇ। ਤਾਂ ਹੀ ਉਹਨਾਂ ਦੀਆਂ ਅੱਜ ਯਾਦਾਂ ਹਜ਼ਾਰਾਂ ਹੀ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਹਨ। ਔਰ ਇਸ ਸਥਾਨ ਤੇ ਜਿਨ੍ਹਾਂ ਮਹਾਂਪੁਰਖਾਂ ਨੇ ਇਸ ਸਥਾਨ ਦੀ ਫਿਰ ਸੇਵਾ ਕਰਵਾਈ, ਸੰਤ ਬਾਬਾ ਅਮਰਜੀਤ ਸਿੰਘ ਜੀ ਮੁੰਡੇ ਪਿੰਡ ਵਾਲੇ, ਅੰਸ਼ ਬੰਸ ਬਹਾਦਰ,
महापुरुष ब्रह्म ज्ञानी धन बाबा विधि चंद साहब, जिन्हों ने इस स्थान ते गुरु का दरबार बनाया, गुरु के निशान चलाए। पिछले समय सत्कारयोग बाबा बंता सिंह जी, माता कुलवंत कौर जी, ज्ञानी जीवा सिंह जी ना वालों होर भी वड्डियां सेवावां कीतियां गईयां। सो साध संगत जी, मैं समा ना अगे लैके जावां तो बाबा सूबा सिंह जी, महापुरुष बाबा लक्ष्मण सिंह जी, किड्डे परोपकारी बाबा लक्ष्मण सिंह जी मुंडे पिंड वाले होए। पिछला नगर भावें उन्हां दा सुर सिंह सी, महापुरुष बाबा सोहण सिंह जी का खानदान ते बाबा लक्ष्मण सिंह जी का खानदान इको ही है, कोई परिवार है। पर साध संगत जी, त्याग वैराग किन्ना बाबा लक्ष्मण सिंह जी दे विच अपने नगर विच आके अपने इलाके विचों नगर विचों प्रशादे इकट्ठे करने ते वो प्रशादे संगतां नूं छकाई जाने, कुकरां नूं प्रशादे पाउणे, पंछियां नूं प्रशादे पाउणे। हुण डाली कर करके संगतां दी सारी जिंदगी सेवा कीती, नाले नाम जपिया। बौली साहब जदों सेवा हुई उदों भी उन्हां महापुरखां ने उस बौली साहब गोइंदवाल साहब आप जाके सेवा करते रहे। सो बड़ी घालना वाली आत्मा सन बाबा लक्ष्मण सिंह जी। एक वेरी दास नूं जथेदार रणजीत सिंह जी ब्रह्मपुरा ने आप दसिया, कहन लगे धन बाबा लक्ष्मण सिंह जी ने साडे परिवार ते कहंदे किरपा दी दृष्टि कीती, तां कहंदे जाके सानू एडियां वड्डियां सारियां बख्शिशां प्राप्त होईयां। सो भाई जिहड़े महापुरख हुंदे आ, सतपुरुष हुंदे आ, उन्हां दी करनी विच बरकत हुंदी है। सो बाबा लक्ष्मण सिंह जी ने धन बाबा गुरमुख सिंह जी कार सेवा वाले महापुरखों की भी संगत की और महापुरख संत बाबा अमरजीत सिंह जी मुंडे पिंड वाले बड़े परोपकारी जीवड़े सन, बहुत ही दयालु आत्मा सन, परोपकारी सन। सारी जिंदगी सेवा करके अपना जीवन उन्होंने सफल किया। उन्होंने महापुरखों की याद आप ताजा कर रहे हाँ। आओ जो सतगुरु जी ने श्री मुखवाक बख्शे उन्होंने आप कथा विचार मन बिरती नूं एकाग्र करके सरवण करिए। हजूर फरमान करदे, सिमरो सो प्रभ अपना स्वामी, सगल घटा का अंतर जामी। ऐ गुरसिख सिमरन तू कदे किसे दा करदा, कदे किसे दा करदा, कोई देवी देवते दा करदा, कोई पीरां दा सिमरन करदा, कोई होर किसे दा, कई कन्ना मन्ना कुर तू मेरा चेला मैं तेरा गुर, उन्हां दा भी सिमरन करदे लोग। सिमरन किहनूं कहा जांदा? जिहड़ी तुहाडे हिरदे विच कोई याद चल रही है, चेता शक्ति जिहड़ी अंदर बसी हुई है, जिन्हां ने अपनी याद वाहिगुरू दी याद विच जोड़ लई है। भाव हिरदे विच जिहड़े वाहिगुरू नूं याद करदे आ, अपने स्वामी नूं जिहड़े याद करदे आ, क्योंकि वह सारिया थावां दा मालिक भी है और हर एक दे हिरदे दी जानन वाला भी है और प्रेरक भी है। और जिहड़े उहदा सिमरन करदे है वो अंतरजामी जानदा कि मेरा अपने हिरदे विच सिमरन कर रहा, इस करके मैं इहदे कारज रास करने। भगत धन्ना सिमरन करदा सी, नामदेव कबीर जी वर्गे गुरसिख वाहिगुरू दे प्यारे संत भगत सिमरन करते सन ते परमेश्वर ने उन्हां दे सारे दे कारज पूरे किते। समा नहीं व्याख्या करन दा, इस करके जिहड़ा सर्वशक्तिमान वाहिगुरू है ना, ऐ गुरसिख ऐ बंदे तू दा सिमरन कर। सिमरन करदियां करदा तेरे मन विच जिहड़ा भी मनोरथ पैदा होएगा, अंतरजामी तेरा मनोरथ सुन के ना आपे तेरी कामना पूरी कर देगा, आपे तेनू बख्शिशां दे नाल नवाज देगा। एडा दयालु है वो, एडा कृपालु है, सिमरन करन वालियां दे सारे कारज सवार दिंदा है। ऐसा दयालु है भाई वो वाहिगुरू। ते उहदा सिमरन कित्थों, वो जाप वो नाम कित्थों प्राप्त हुंदा है? धन गुरु अर्जन देव जी दसदे आ। सूही महला पंजवा। सूही रागनी विच धन गुरु अर्जन देव महाराज जी परम पवित्र उपदेश बख्शिश करते हैं।
ਗੁਰ ਆਪਣੇ ਉਪਰ ਬਲ ਜਾਈਐ। ਭਾਈ ਆਪਣੇ ਸਤਿਗੁਰਾਂ ਤੋਂ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੇ ਲੜ ਲਾਇਆ, ਐਸੇ ਸਤਿਗੁਰਾਂ ਤੋਂ ਹੈ ਗੁਰਸਿੱਖ ਬਾਰ-ਬਾਰ ਬਲਿਹਾਰ ਜਾਣਾ ਕਰ, ਕੁਰਬਾਨ ਜਾਣਾ ਕਰ। ਬਲਿਹਾਰੀ ਗੁਰ ਆਪਣੇ ਦੇਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਨ੍ਹਾਂ ਨੇ ਮਨੁੱਖਾ ਜਨਮ ਤੋਂ ਬਾਅਦ ਸਾਨੂੰ ਦੇਵਤੇ ਬਣਾ ਦਿੱਤਾ, ਐਸੇ ਸਤਿਗੁਰਾਂ ਤੋਂ ਭਾਈ ਸਦਾ ਬਲਿਹਾਰ ਜਾਈਏ, ਕੁਰਬਾਨ ਜਾਈਏ। ਕੁਰਬਾਨ ਕੌਣ ਗਿਆ? ਗੁਰੂ ਕੇ ਸ਼ਹੀਦ ਸਿੰਘ ਗਏ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਮਨਾਉਣ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੈ ਨਾ। 1 ਮਹੀਨਾ ਸਾਰੀਆਂ ਜਥੇਬੰਦੀਆਂ ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਗੁਰਧਾਮਾਂ ਦੀ ਆਜ਼ਾਦੀ ਵਾਸਤੇ ਮਹੰਤਾਂ ਤੋਂ ਗੁਰਧਾਮ ਆਜ਼ਾਦ ਕਰਾਉਣ ਲਈ ਭਾਈ ਲਛਮਣ ਸਿੰਘ ਜੀ ਵਰਗੇ ਸੂਰਮਿਆਂ ਨੂੰ ਜੰਡਾਂ ਨਾਲ ਪੁੱਠੇ ਬੰਨ੍ਹ ਕੇ ਨਨਕਾਣਾ ਸਾਹਿਬ ਦੇ ਚੁਗਿਰਦੇ ਦੇ ਵਿੱਚ ਤੇਲ ਪਾ ਕੇ ਸਾੜ ਕੇ ਸ਼ਹੀਦ ਕਰ ਦਿੱਤਾ। ਘਬਰਾਏ ਨਹੀਂ, ਡੋਲੇ ਨਹੀਂ, ਕਿਉਂਕਿ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਸਨ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਮਨ ਜੁੜਿਆ ਹੋਇਆ ਸੀ। ਵੱਡੇ ਤੋਂ ਵੱਡੇ ਕਸ਼ਟ ਸਹਾਰ ਕੇ ਵੀ ਉਹਨਾਂ ਸ਼ਹੀਦਾਂ ਨੇ, ਯੋਧਿਆਂ ਨੇ ਆਪਣੇ ਗੁਰਧਾਮ, ਜਿਹੜੇ ਕੁਕਰਮੀ ਮਹੰਤ ਲੋਕ ਸਨ, ਉਹਨਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਾ ਕੇ ਪੰਥ ਦੇ ਪ੍ਰਬੰਧ ਥੱਲੇ ਗੁਰ ਅਸਥਾਨ ਲੈ ਕੇ ਆਉਂਦੇ। ਇਸ ਕਰਕੇ ਭਾਈ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਵੀ ਤਾਜ਼ਾ ਕਰਨਾ। ਦਮਦਮੀ ਟਕਸਾਲ ਦੀ ਬ੍ਰਾਂਚ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਵਿਖੇ ਵੀ 21 ਮਾਰਚ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਗੁਰਪੁਰਬ ਦੀ ਸ਼ਤਾਬਦੀ ਨੂੰ ਸਮਰਪਿਤ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅਤੇ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਔਰ ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਅੰਮ੍ਰਿਤਸਰ ਸਾਹਿਬ ਦਮਦਮੀ ਟਕਸਾਲ ਵੱਲੋਂ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਗੁਰਪੁਰਬ ਦੀ ਯਾਦ ਵਿੱਚ ਸਾਧ ਸੰਗਤ ਜੀ, 9ਵੇਂ ਪਾਤਸ਼ਾਹ ਜੀ ਦਾ ਅਵਤਾਰ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ। ਅੰਮ੍ਰਿਤਸਰ ਸਾਹਿਬ ਨੂੰ ਇਹ ਮਾਣ ਹੈ ਕਿ ਅੰਮ੍ਰਿਤਸਰ ਸਾਹਿਬ ਜੇ ਅਵਤਾਰ ਹੋਇਆ ਤਾਂ ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਹੋਇਆ। ਇੱਕੋ ਹੀ ਗੁਰੂ ਸਾਹਿਬ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਜਦੋਂ ਪੰਥ 9ਵੇਂ ਪਾਤਸ਼ਾਹ ਜੀ ਦੀ 400 ਸਾਲਾ ਸ਼ਤਾਬਦੀ ਮਨਾਉਣ ਬਾਰੇ ਵਿਚਾਰ ਚੱਲ ਰਹੀ ਸੀ, ਬਹੁਤਿਆਂ ਦਾ ਇਹ ਯਤਨ ਸੀ ਵੀ ਅਨੰਦਪੁਰ ਸਾਹਿਬ ਜਾਂ ਬਾਬਾ ਬਕਾਲਾ ਸਾਹਿਬ ਮਨਾਈ ਜਾਵੇ। ਫਿਰ ਦਾਸ ਨੇ ਬੇਨਤੀ ਕੀਤੀ ਉਸ ਸਮੇਂ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਨੂੰ, ਉਦੋਂ ਉਹ ਪ੍ਰਧਾਨ ਸਨ, ਤੇ ਹੋਰ ਪੰਥ ਦੇ ਆਗੂਆਂ ਨੂੰ, ਸਿੰਘ ਸਾਹਿਬਾਨਾਂ ਨੂੰ ਕਿ ਭਾਈ ਮਨਾਓ ਭਾਵੇਂ ਸਾਰੇ ਸੰਸਾਰ ਵਿੱਚ, ਪਰ ਸਤਿਗੁਰੂ ਜੀ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ 9ਵੇਂ ਪਾਤਸ਼ਾਹ ਜੀ ਦਾ। ਤੇ ਅੰਮ੍ਰਿਤਸਰ ਸਾਹਿਬ ਮੁੱਖ ਰੂਪ ਚ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੀ ਸ਼ਤਾਬਦੀ ਮਨਾਈ ਜਾਵੇ। ਸਮਾਗਮ ਭਾਵੇਂ ਸਾਰੀ ਦੁਨੀਆ ਵਿੱਚ ਕਰੋ। ਸਾਰਿਆਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਦਾਸ ਜੀ ਨੂੰ। ਸੋ ਹੁਣ ਸਾਧ ਸੰਗਤ ਜੀ, 25 ਅਪ੍ਰੈਲ ਤੋਂ ਲੈ ਕੇ 1 ਮਈ ਤੱਕ ਬਹੁਤ ਵੱਡੇ ਸਮਾਗਮ ਸ੍ਰੀ ਅਨੰਦਪੁਰ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰੂ ਜੀ ਦੇ 400 ਸਾਲਾ ਅਵਤਾਰ ਧਾਰਨ ਦੇ ਗੁਰਪੁਰਬ ਦੇ ਸਮਾਗਮ ਹੋਣਗੇ। ਦਮਦਮੀ ਟਕਸਾਲ ਵੱਲੋਂ ਪਾਠ ਬੋਧ ਸਮਾਗਮ ਵੀ ਚੱਲ ਰਹੇ ਆ, ਜਿਨ੍ਹਾਂ ਦੀ ਸੰਪੂਰਨਤਾ 16 ਅਪ੍ਰੈਲ ਨੂੰ ਹੋਏਗੀ। ਫਿਰ ਲੰਗਰਾਂ ਦੀ ਸੇਵਾ ਜਾਰੀ ਹੋਏਗੀ। ਸਾਰੀਆਂ ਜਥੇਬੰਦੀਆਂ ਨੇ ਸੇਵਾ ਕਰਨੀ ਹੈ ਭਾਈ, ਕੋਈ ਸਾਡਾ ਵਿਸ਼ੇਸ਼ ਨਹੀਂ, ਸਾਰਿਆਂ ਦਾ ਹੀ ਆਪੋ ਆਪਣੇ ਫਰਜ਼ ਮੁਤਾਬਕ ਸਭ ਆਪਣਾ ਯੋਗਦਾਨ ਪਾ ਰਹੇ ਆ। ਇਸ ਕਰਕੇ ਆਪਾਂ ਉਸ ਸ਼ਤਾਬਦੀ 'ਚ ਵੱਧ ਚੜ ਕੇ ਸੇਵਾ ਵੀ ਕਰਨੀ ਹੈ, ਹਿੱਸਾ ਵੀ ਲੈਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿੰਨਾ ਵੱਡਾ ਪਰਉਪਕਾਰ ਹੈ। ਆ ਹਿੰਦੁਸਤਾਨ ਹੈ ਨਾ ਜਿਹੜਾ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਕਰਕੇ ਅੱਜ ਹਿੰਦੁਸਤਾਨ ਹੈ ਇੱਥੇ। ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨੀ ਨਾ ਦਿੰਦੇ ਤਾਂ ਇਹ ਤੁਰਕਸਤਾਨ ਹੋਣਾ ਸੀ, ਹਿੰਦੁਸਤਾਨ ਨਹੀਂ ਹੋਣਾ ਸੀ। ਹਿੰਦੂ ਧਰਮ ਦਾ ਤਾਂ ਮਲੀਆ ਮੇਟ ਹੀ ਕਰ ਦੇਣਾ ਸੀ ਉਹਨਾਂ ਲੋਕਾਂ ਨੇ। ਹਿੰਦੂ ਧਰਮ ਦਾ ਨਾਮੋ ਨਿਸ਼ਾਨ ਹੀ ਮਿਟ ਜਾਣਾ ਸੀ ਜੇ 9ਵੇਂ ਪਾਤਸ਼ਾਹ ਨਾ ਕੁਰਬਾਨੀ ਦਿੰਦੇ, ਨਾ ਸ਼ਹੀਦੀ ਦਿੰਦੇ। ਧਰਮ ਦੀ ਚਾਦਰ ਤਾਂ ਹੀ ਕਿਹਾ ਸਤਿਗੁਰੂ ਜੀ ਨੂੰ।
ਇਹਨਾਂ ਦੇ ਧਰਮ ਦੀ ਰੱਖਿਆ ਕੀਤੀ ਸੱਚੇ ਪਾਤਸ਼ਾਹ ਨੇ। ਇਸ ਕਰਕੇ ਆਪਣੇ ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਜਾਈਏ, ਜਿਨ੍ਹਾਂ ਦੀ ਕਿਰਪਾ ਨਾਲ ਮਨੁੱਖਾ ਜੀਵਨ ਮਿਲਿਆ, ਗੁਰਸਿੱਖੀ ਮਿਲੀ, ਸਤ ਸੰਗਤ ਮਿਲੀ, ਸਾਰੇ ਦੁੱਖ ਕਸ਼ਟ ਰੋਗ ਆਦਿ ਵਿਆਧੀ ਉਪਾਧੀ ਦੂਰ ਹੁੰਦੇ ਆ। ਸਾਰੀਆਂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ, ਉਹਨਾਂ ਤੋਂ ਸਿੱਖਾਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਇਆ ਕਰ। ਆਠ ਪਹਿਰ ਹਰ ਹਰ ਜਸ ਗਾਈਐ। ਅੱਠੇ ਪਹਿਰ ਹਰੀ ਪਰਮੇਸ਼ਰ ਦਾ। ਗੁਰੂ ਸਾਹਿਬ ਕੀ ਕਹਿੰਦੇ ਆ? ਭਾਈ ਪਰਮੇਸ਼ਰ ਦਾ ਨਾਮ ਜਪੋ। ਰਾਮ ਜੀ ਦੇ ਉਪਾਸਕਾਂ ਨੇ ਰਾਮ ਰਾਮ ਸੀਆ ਸੀਆ ਰਾਮ, ਰਾਮ ਰਾਮ ਸੀਆ ਰਾਮ ਦਾ ਹੀ ਜਾਪ ਜਪਿਆ ਤੇ ਜਪਾਇਆ। ਭਗਵਾਨ ਕ੍ਰਿਸ਼ਨ ਦੇ ਉਪਾਸਕਾਂ ਨੇ ਰਾਧੇ ਕ੍ਰਿਸ਼ਨ ਦਾ ਹੀ ਜਾਪ ਜਪਾਇਆ। ਪਰ ਗੁਰੂ ਨਾਨਕ ਸਾਹਿਬ ਨੇ ਆਪਣਾ ਜਾਪ ਨਹੀਂ ਜਪਾਇਆ। ਕਦੇ ਕਿਸੇ ਸਿੱਖ ਨੂੰ ਕਿਹਾ ਵੀ ਗੁਰੂ ਨਾਨਕ ਸਾਹਿਬ ਮਾਤਾ ਤ੍ਰਿਪਤਾ ਦਾ ਜਾਪ ਜਪੋ, ਜਾਂ ਗੁਰੂ ਰਾਮਦਾਸ ਜੀ ਨੇ ਕਿਹਾ ਹੋਵੇ ਕਿ ਗੁਰੂ ਰਾਮਦਾਸ ਜੀ ਮਾਤਾ ਭਾਨੀ ਦਾ ਜਾਪ ਜਪੋ। ਨਹੀਂ ਭਾਈ, ਗੁਰੂ ਸਾਹਿਬ ਕੀ ਕਹਿੰਦੇ ਰਹੇ ਕਿ ਹਰੀ ਪਰਮੇਸ਼ਰ ਦੇ ਨਾਮ ਦਾ ਜਸ ਕਰੋ, ਜੋ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ। ਇਸ ਕਰਕੇ ਅੱਠੇ ਪਹਿਰ ਗੁਰੂ ਸਾਹਿਬਾਂ ਨੇ ਜਿਹੜਾ ਨਾਮ ਦਿੱਤਾ ਨਾ ਪਰਮੇਸ਼ਰ ਦਾ, ਵਾਹਿਗੁਰੂ ਮੰਤਰ, ਮੂਲ ਮੰਤਰ, ਘੱਟ ਤੋਂ ਘੱਟ ਇਸ ਦਾ ਸਿਮਰਨ ਕਰੋ, ਇਹਦਾ ਜਾਪ ਕਰੋ ਤੇ ਆਪਣੇ ਸਤਿਗੁਰੂ ਦਾ ਪਰਮੇਸ਼ਰ ਦਾ ਜਸ ਗਾਉਣਾ ਕਰੋ, ਮਹਿਮਾ ਸਿਫਤ ਸਲਾਹ ਕਰੋ। ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਜਿਹੜਾ ਮਾਲਕ ਬਣ ਕੇ ਤੁਹਾਡੀ ਰੱਖਿਆ ਤੇ ਸਹਾਇਤਾ ਕਰਨ ਵਾਲਾ ਨਾ ਪਰਮੇਸ਼ਰ ਹਰ ਥਾਂ ਤੇ ਜਰੇ ਜਰੇ ਵਿੱਚ ਵਿਆਪਕ ਹੈ। ਜਿਹੜਾ ਹਰ ਔਖੇ ਸੌਖੇ ਸਮੇਂ ਵਿੱਚ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਹੈ। ਰਾਮ ਰਾਜੇ ਹੋਲੇ ਮਹੱਲੇ ਦਾ ਦਿਹਾੜਾ ਖਾਲਸਾ ਮਨਾਉਂਦਾ, ਹੋਲੀਆਂ ਹਿੰਦੁਸਤਾਨ ਦੇ ਵਾਸੀ ਮਨਾਉਂਦੇ ਆ। ਪ੍ਰਹਿਲਾਦ ਭਗਤ ਦੀ ਰੱਖਿਆ ਦਾ ਦਿਨ ਹੈ। ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਹੈ। ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਉਹ ਪ੍ਰਭੂ ਪ੍ਰਹਿਲਾਦ ਭਗਤ ਵਰਗਿਆਂ ਦੀ ਜਿਹੜੀ ਰੱਖਿਆ ਕਰਨ ਵਾਲਾ ਜਰੇ ਜਰੇ ਵਿੱਚ ਵਿਆਪਕ ਹੈ, ਹਾਜ਼ਰ ਨਾਜ਼ਰ ਹੋ ਕੇ ਜਿਹਨੇ ਰੱਖਿਆ ਕੀਤੀ ਹੈ। ਐਸੇ ਆਪਣੇ ਮਾਲਕ ਦਾ ਸਿਮਰਨ ਕਰੋ, ਉਸ ਨੂੰ ਭੁੱਲੋ ਨਾ ਕਦੇ ਵੀ, ਉਸ ਦੀ ਯਾਦ ਰੱਖੋ ਮਨ ਵਿੱਚ। ਪਰਮੇਸ਼ਰ ਨੂੰ ਨਹੀਂ ਕਦੇ ਭੁੱਲਣਾ, ਉਹਨੂੰ ਸਦਾ ਯਾਦ ਰੱਖਣਾ ਹੈ। ਇਹੀ ਸਿਮਰਨ ਹੈ। ਸਗਲ ਘਟਾ ਕਾ ਅੰਤਰਜਾਮੀ। ਸਾਰੀਆਂ ਥਾਵਾਂ ਦਾ ਮਾਲਕ ਵੀ ਹੈ ਔਰ ਸਾਰਿਆਂ ਥਾਵਾਂ ਤੇ ਉਹ ਅੰਤਰਜਾਮੀ ਦਾ ਅਰਥ ਇੱਕ ਪ੍ਰੇਰਕ ਵੀ ਹੈ। ਤੇ ਅੰਤਰਜਾਮੀ ਸਾਰਿਆਂ ਦੇ ਹਿਰਦਿਆਂ ਦੀ ਬਿਰਥਾ ਨੂੰ ਜਾਣਨ ਵਾਲਾ ਵੀ ਹੈ, ਦੁੱਖਾਂ ਨੂੰ ਦੇਖਣ ਵਾਲਾ ਵੀ ਹੈ ਤੇ ਦੂਰ ਵੀ ਕਰਦਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਚਰਨ ਕਮਲ ਸਿਓ ਲਾਗੀ ਪ੍ਰੀਤ। ਜਿਨ੍ਹਾਂ ਦੀ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੀਤੀ ਲੱਗ ਗਈ ਹੈ। ਤਨ ਪਾਈ ਵਿਧੀ ਚੰਦ ਦੀ ਪ੍ਰੀਤ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਲੱਗੀ ਸੀ ਨਾ। ਪੱਟੀ ਨਗਰ ਵਿੱਚ ਅਸਥਾਨ ਅੱਜ ਵੀ ਗੁਰਦੁਆਰਾ ਭੱਟ ਸਾਹਿਬ ਹੈ। ਬਾਬਾ ਬੰਤਾ ਸਿੰਘ ਜੀ ਦੇ ਵੱਡੇ ਵਡੇਰੇ ਸਨ ਨਾ ਬਾਬਾ ਵਿਧੀ ਚੰਦ ਸਾਹਿਬ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਪ੍ਰੀਤ ਲੱਗੀ ਸੀ। ਬਲਦੀ ਭੱਠ ਵਿੱਚ ਵੀ ਕਰੋਮ ਨਹੀਂ ਸੜਿਆ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਇਹ ਫਲ ਹੈ ਬਈ ਪ੍ਰੀਤੀ ਲੱਗੀ ਦਾ, ਚਰਨਾਂ ਨਾਲ ਜਿਨ੍ਹਾਂ ਦੀ ਪ੍ਰੀਤ ਜੁੜ ਗਈ। ਉਹ ਚਰਨਾਂ ਕਮਲਾਂ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਲੱਗੀ, ਉਹਨਾਂ ਦੀ ਅਵਸਥਾ ਕਵਲਵਤ ਸੰਸਾਰ ਦੇ ਪਦਾਰਥਾਂ ਦੇ ਵਿੱਚ ਰਹਿੰਦਿਆਂ ਵੀ ਉਹ ਨਿਰਲੇਪ ਹੋ ਜਾਂਦੇ ਆ। ਸਾਚੀ ਪੂਰਨ ਨਿਰਮਲ ਰੀਤ। ਨਿਰਮਲ ਰੀਤੀ ਕੀ ਹੈ? ਸੱਚਾ ਪ੍ਰੇਮ ਕਰਨਾ ਆਪਣੇ ਸਤਿਗੁਰੂ ਨਾਲ, ਪਰਮੇਸ਼ਰ ਨਾਲ। ਸੱਚਾ ਪ੍ਰੇਮ ਪਤਾ ਕੀ ਹੈ? ਜੇ ਸੁਖ ਦੇ ਤਾਂ ਤੁਝੈ ਰਾਧੀ, ਦੁਖ ਵੀ ਤੁਝੈ ਧਿਆਈ। ਜੇ ਭੁਖ ਦੇਹ ਤਾਂ ਤਿਹ ਰਾਜਾ, ਦੁਖ ਵਿੱਚ ਸੂਖ ਮਨਾਈ। ਸੰਤ ਬਾਬਾ ਜਰਨੈਲ ਸਿੰਘ ਜੀ ਕੋਲੇ 2 ਬਲਦ ਹੁੰਦੇ ਸਨ ਖੇਤ ਵਿੱਚ ਹਲ ਵਾਹੁਣ ਵਾਸਤੇ। ਇੱਕ ਮਰ ਜਾਣਾ, ਇੱਕ ਖਰੀਦਣਾ ਪੈਣਾ। ਪਰ ਕਦੇ ਤਾਨਾ ਉਲਾਂਭਾ ਮਿਹਣਾ ਨਹੀਂ ਦਿੱਤਾ ਸਤਿਗੁਰਾਂ ਨੂੰ। ਭਾਣਾ ਮੰਨ ਕੇ ਇੱਕੋ ਗੱਲ ਕਹਿਣੀ, ਮਾਲਕ ਪਰਖਾਂ ਕਰ ਰਿਹਾ ਹੈ। ਕਸ ਕਸ ਵੱਟੀ ਲਾਈਆ ਪਰ ਕੇ ਹਿਤ ਚਿਤਲਾਏ। ਚੰਗਾ ਮਹਾਰਾਜ, ਤੁਸੀਂ ਜਿਸ
मौज विच रजा च रखना चाहुंदे हो, मैं उसे विच ही रहण नूं तैयार है। ये सच्ची प्रीत हुंदी है। कामना ना पूरी होई, प्रीत टुट गई गुरु नालों, गुरुद्वारे आउणा ही छड्ड दित्ता, धागे तवीतां वालियां कोले तुर गया, पखंडियां दे जाके मत्थे रगड़न लग पिया, मैनूं गुरुद्वारियों कुछ नहीं मिलिया, तुसीं किरपा करो जी, मैं तुहाडा चेला बनन नूं आया। ये सच्ची प्रीत नहीं है, मतलब दी प्रीति है। सच्ची प्रीत वालियां दे साची प्रीत हम तुम स्यों जोरी, तुम स्यों जोर अवर संग तोरी। धन भगत रविदास जी कहते महाराज तेरे नाल प्रीत जोड़ ली, हुण दुनिया नालों तोड़ लई है, तेरे नाल ही निभ जाए साडी प्रीत। आरे भी चल गए, खोपर भी लै गए, बंद बंद भी कटे गए, प्रीति नहीं टुटी। इस करके भाई सच्ची प्रीत अपने सतगुरु नाल जोड़ लैनी, पा लैनी, यही असली रीति है वाहिगुरु दे चरनां नाल प्रेम पाउण दी। संत प्रसाद वसै मन माही, यही निर्मल रीति है ते सच्ची है ते पूर्ण ओढ़क तक निभ जाती है फिर उन्हां दी। ते संत जेड़े ऐसे संत है, कई संतां दी निंदिया करदे भी संत कोई हुंदा नहीं भाई, अवस्था है। हल बाउण वाला भी संत हो सकता, दुकान ते बैठा सौदा तोलन वाला भी संत हो सकता। कोई जरूरी नहीं भी जिहदे मगर 400-500 चेला तुरिया फिरे, रेशमी पोशाके पाए होण, झिलमिल झिलमिल करदा फिरे, दुनिया पखे झलदी होवे ते वाजे वजदे होण कि ओही संत है। नहीं भाई, तुहाडे चों कोई भी संत हो सकता। दसां नौं दी किरत करन वाला, जोड़े गंढण वाला भी, भगत रविदास जी जोड़े गंढदे सन, कबीर जी ताणी बुणदे सन, नामदेव जी चंदे छापदे सन, धन्ना भगत जरूर हल वाहुंदा सी, वो संत दी पदवी नूं प्राप्त सन। इस करके संत अवस्था दा नाम है। जिन्हां दी निर्मल रीति है ना, निर्मल उज्जल रहनी बहनी है, ओही असली संत है भाई। उन्हां दी किरपा कदे हो जाए। सिख पंथ दे प्रसिद्ध विद्वान संत सकालर संत निरंजन सिंह जी पटियाले वाले, किते अज भी उन्हां दी यूट्यूब तो तुसी ना किते कीर्तन सुनियो, थोड़ी थोड़ी व्याख्या मिलती है। साध संगत जी जिवें माखियों तो उत्तों ना मक्खी नहीं उड़दी, ऐ मंत्र मुग्ध हो जाते सन श्रोते उन्हां दी रसना तो कीर्तन कथा सुन के। जर्मन दे विच सर्व धर्म सम्मेलन होया सी, तां सिखां वल्लों श्रोमणी कमेटी ने उन्हां नूं सिख पंथ दा नुमाइंदा बना के भेजिया सी। एडे वड्डे विद्वान सन। वो कथा करदे करदे एक बारी बचन कहण लगे, दुख निवारण साहब कहंदे भाई पखंडियां दे तां चरनां विच मत्था टेकण दा मैं सख्त विरोधी हां, पर जे किते संत बाबा अतर सिंह जी मस्तूआणे वालियां वर्गा, संत बाबा सुंदर सिंह जी भिंडरां वालियां वर्गा किते संत भागा नाल मिल जाए ना, तां भज के उन्हां दे चरण फड़ लिओ, पार उतारा हो जाए। ऐसा कोई विरला जग में तुम काढ़िए विरले के, पर वो तो साध संगत जी अपने पैरी हाथ ही नहीं लाउंदे, मत्था ही नहीं टिकाउंदे। जेड़े पूरे हुंदे वो नहीं टिकाउंदे मत्था कदे भी। बाबा अतर सिंह जी नूं दुनिया दीवान विच बैठिया नूं लखां ही लोग मत्था टेकना शुरू कर दिता। महापुरखा ने देखा भी गुरु साहब की बेदबी है, धन गुरु ग्रंथ साहब जी की ताबिया बैठ के चौर करन लग जाना, संगत विच बैठना ही गुरु ग्रंथ साहब जी की ताबिया बैठ के चौर करन लग जाना कि सानू मत्था ना टेके, दुनिया मत्था गुरु ग्रंथ साहब नूं टेके। बड़े उच्च कोटि दे विद्वान पूर्ण संत होए है। साध संगत जी पंडित राम किशन परमहंस कौन होए है? ये साध संगत जी हिंदू धर्म का जो सब तो वड्डा विद्वान स्वामी विवेकानंद दे गुरु सन। उन्होंने तप करदियां करदियां शक्ति दे दर्शन होए। शक्ति ने वचन किया कि तेरे मन विच की इच्छा मंग, कहन लगे कोई इच्छा नहीं माता, तेरे दर्शनां दी इच्छा सी, कोई हुक्म करो।
ਕਹਿੰਦੇ ਹੁਕਮ ਤੈਨੂੰ ਤਿੰਨ ਹੈ, ਬਚਨ ਮੰਨੀ। ਇੱਕ ਤਾਂ ਸਾਰੀ ਜ਼ਿੰਦਗੀ ਆਪਣੇ ਪੈਰਾਂ ਤੇ ਕਿਸੇ ਕੋਲੋਂ ਮੱਥਾ ਨਹੀਂ ਟਿਕਾਉਣਾ, ਸਾਰੀ ਜ਼ਿੰਦਗੀ ਮੱਥਾ ਨਹੀਂ ਟਿਕਾਉਣਾ। ਇੱਕ ਕਿਸੇ ਦੀ ਅਰਦਾਸ ਨਹੀਂ ਕਰਨੀ ਕਦੇ ਵਾਸਤੇ ਵੀ, ਪਰਮੇਸ਼ਰ ਦੇ ਭਾਣੇ 'ਚ ਰਹਿਣਾ। ਤੇ ਤੀਜਾ, ਜੋ ਕੁਝ ਆ ਜਾਏ ਜਮਾ ਨਹੀਂ ਰੱਖਣਾ, ਵੰਡ ਦੇਣਾ ਗਰੀਬਾਂ ਵਿੱਚ। ਪਰਮੇਸ਼ਰ ਦੀਆਂ ਸ਼ਕਤੀਆਂ, ਰੱਬ ਦੇ ਪਿਆਰਿਆਂ ਨੂੰ ਇਹ ਆਗਿਆ ਕਰਦੀਆਂ। ਤੇ ਮੈਂ ਤਾਂ ਸਮਝਦਾ ਸੰਤ ਹੀ ਨਹੀਂ ਜਿਹੜਾ ਆਪਣੇ ਪੈਰ ਅੱਗੇ ਪਸਾਰ ਕੇ ਬਹਿ ਜਾਂਦਾ ਵੀ ਮੱਥਾ ਟੇਕੀ ਜਾਓ ਟੇਕੀ ਜਾਓ। ਅਸਲੀ ਸੰਤ ਨਹੀਂ ਟਿਕਾਉਂਦਾ। ਪਰ ਜੇ ਕੋਈ ਮਿਲ ਜਾਏ, ਉਹਦੀ ਚਰਨ ਧੂੜੀ ਮੱਥੇ ਨੂੰ ਲੱਗ ਜਾਏ, ਤਾਂ ਬਈ ਉਹ ਫਿਰ ਭਾਗਾਂ ਵਾਲਾ ਤਰ ਵੀ ਜਾਂਦਾ। ਸੰਤ ਪ੍ਰਸਾਦ ਵਸੈ ਮਨ ਮਾਹੀ। ਸੰਤਾਂ ਦੀ ਕਿਰਪਾ ਨਾਲ ਪਰਮੇਸ਼ਰ ਦਾ ਪ੍ਰੇਮ, ਵਾਹਿਗੁਰੂ ਦੀ ਸ਼ਰਧਾ, ਪਰਮੇਸ਼ਰ ਦਾ ਭਰੋਸਾ ਮਨ ਵਿੱਚ ਗੁਰਮੁਖਾਂ ਦੇ ਵਸ ਜਾਂਦਾ ਹੈ। ਜਗਿਆਸੂਆਂ ਦੇ ਜਨਮ ਜਨਮ ਕੇ ਕਿਲ ਵਿਖ ਜਾਹੀ। ਜਨਮਾਂ ਜਨਮਾਂ ਦੇ ਪਾਪ ਜਿਹੜੇ ਕੀਤੇ ਹੁੰਦੇ ਆ, ਕਿ ਨਿਸ਼ਚੈ ਕਰਕੇ ਵਿਉਹ ਨਾਲੋਂ ਵੀ ਭੈੜੇ ਆ ਭਾਈ। ਪਾਪ ਦੁੱਖ ਦਿੰਦੇ ਆ, ਜਦੋਂ ਵਿਉਹ ਤੋਂ ਵੀ ਭੈੜੇ ਆ ਨਾ ਇਹ। ਇਸ ਕਰਕੇ ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਜਿਹੜੇ ਆ ਨਾਸ ਹੋ ਜਾਂਦੇ ਆ। ਕਰ ਕਿਰਪਾ ਪ੍ਰਭ ਦੀਨ ਦਇਆਲਾ। ਇਹ ਦਿਆਲੂ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ, ਅਸੀਂ ਅਰਦਾਸ ਕਰਦੇ ਹਾਂ ਦੁਖੀਆਂ ਦੇ ਉੱਤੇ ਦਿਆਲਤਾ ਕਰਨ ਵਾਲੇ, ਸਾਡੇ ਤੇ ਕਿਰਪਾ ਕਰੋ ਮਹਾਰਾਜ, ਇਹ ਸਾਡੀ ਮੰਗ ਹੈ। ਨਾਨਕ ਮਾਗਾ ਸੰਤ ਰਵਾਲਾ। ਇਹ ਮਹਾਰਾਜ ਅਸੀਂ ਸੰਤਾਂ ਦੀ ਰਵਾਲਾ ਚਰਨ ਧੂੜੀ ਮੰਗਦੇ ਆ। ਸੰਗਤ ਬੈਠੀ ਹੈ ਨਾ ਜਿਹੜੀ, ਤੁਹਾਡੀ ਧੂੜੀ ਹੈ। ਇਹ ਜਿੱਥੇ ਜਿੱਥੇ ਤੁਹਾਡੇ ਚਰਨ ਪੈ ਗਏ, ਇਹ ਧਰਤੀ ਜਿੱਥੇ ਜਿੱਥੇ ਤੁਹਾਡਾ ਕਿਣਕਾ ਕਿਣਕਾ ਧਰਤੀ ਦੇ ਜਰੇ ਜਰੇ ਨੂੰ ਸੰਗਤ ਦਾ ਛੋਹ ਗਿਆ ਨਾ, ਇਹ ਧਰਤੀ ਤੀਰਥ ਬਣ ਗਈ। ਸਾਧ ਸੰਗਤ ਜੀ, ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ। ਧੂੜੀ ਵਿੱਚ ਲੁਲੰਦੜੀ ਸੋਹਾ ਨਾਨਕ ਤੈਸਾ ਨਾਲੇ। ਬਾਬਾ ਸੂਬਾ ਸਿੰਘ ਜੀ ਨੇ ਇੱਥੇ ਨਾਮ ਜਪਿਆ। ਇਸ ਧਰਤੀ ਦਾ ਜਰਾ ਜਰਾ ਨਾਮ ਜਪਣ ਕਰਕੇ ਪਵਿੱਤਰ ਹੋਇਆ। ਅੱਜ ਤਾਂ ਹੀ ਇੱਥੇ ਗੁਰੂ ਦੇ ਗੁਣ ਗਾਏ ਜਾ ਰਹੇ ਹੈ। ਹਜ਼ਾਰਾਂ ਹੀ ਸੰਗਤਾਂ ਇੱਥੇ ਬੈਠੀਆਂ ਕੀਰਤਨ ਕਰ ਰਹੀਆਂ, ਕਥਾ ਹੋ ਰਹੀ ਹੈ। ਸੋ ਭਾਈ ਐਸੇ ਸੰਤਾਂ ਦੇ ਚਰਨਾਂ ਦੀ ਧੂੜੀ ਮੰਗੀਏ ਜਿਹੜੇ ਸਤਿਗੁਰੂ ਵਿੱਚ ਅਭੇਦ ਹਨ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਹਰ ਕਾ ਸੇਵਕ ਸੋ ਹਰ ਜਿਹਾ। ਸੋ ਐਸੇ ਪ੍ਰਭੂ ਦੇ ਪਿਆਰੇ ਜਗ ਮੈਂ ਉਤਮ ਕਾਢੀਏ ਵਿਰਲੇ ਕਈ ਕੇ। ਵਿਰਲੇ ਹੀ ਹੋਇਆ ਕਰਦੇ ਆ। ਵਿਰਲਿਆਂ ਦੇ ਪੰਥ ਵਿੱਚ ਵੀ ਕੋਈ ਵਿਰਲਾ ਹੀ ਹੋਏਗਾ। ਮਹਾਰਾਜ ਕਿਰਪਾ ਕਰਨ, ਐਸੇ ਮਹਾਂਪੁਰਖ ਜਿਨ੍ਹਾਂ ਦੀ ਯਾਦ ਮਨਾ ਰਹੇ ਹੋ, ਉਹਨਾਂ ਦੀ ਯਾਦ ਨੂੰ ਸਮਰਪਿਤ ਮਹਾਰਾਜ ਜੀ ਨੇ ਸ਼ਿਰਮੁਖ ਵਾਕ ਬਖਸ਼ਿਸ਼ ਕੀਤੇ ਆ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਤੁਹਾਡਾ ਬਹੁਤ ਵੱਡਾ ਸਹਿਯੋਗ ਹੈ। ਪੰਥ ਦੇ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਮਾਤਾ ਕੁਲਵੰਤ ਕੌਰ ਜੀ, ਦਮਦਮੀ ਟਕਸਾਲ ਦੇ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ। ਦੇਖੋ ਅੱਜ ਇੱਥੇ ਜੋੜ ਮੇਲਾ ਮਨਾ ਰਹੇ ਬਾਬਾ ਜੀ ਨੇ। ਰਾਤੋਂ ਰਾਤ ਕਾਨਪੁਰ ਪਹੁੰਚਣਾ, ਉੱਥੇ ਕੱਲ ਨੂੰ ਜਾ ਕੇ ਕਥਾ ਸੁਣਾਉਣੀ ਸੰਗਤ ਨੂੰ। ਬਾਬਾ ਬੰਤਾ ਸਿੰਘ ਜੀ ਦੇ ਇੰਨੇ ਰੁਝੇਵੇਂ, ਨੌਜਵਾਨ ਪੀੜ੍ਹੀ ਇੰਨੀਆਂ ਸੰਗਤਾਂ ਪ੍ਰੇਮ ਕਰਦੀਆਂ। ਥਾਂ ਪੁਰ ਥਾਂ ਬੜੀ ਭਾਰੀ ਸਤਿਗੁਰੂ ਜੀ ਦੀ ਮੈਂ ਕਹਿੰਦਾ ਬਖਸ਼ਿਸ਼ ਹੈ, ਰਹਿਮਤ ਹੈ। ਸੋ ਬਾਬਾ ਬੰਤਾ ਸਿੰਘ ਜੀ ਦਾ, ਮਾਤਾ ਜੀ ਦਾ, ਸਾਰੇ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਦਾਸ ਨੂੰ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ। ਮੈਂ ਸਤਿਕਾਰਯੋਗ, ਬਹੁਤ ਹੀ ਸਨਮਾਨਯੋਗ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਜੋ ਚੇਚੇ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਹੈ। ਸਾਡੇ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲੇ, ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤੇ ਬਹੁਤ ਵੱਡੀਆਂ ਸੇਵਾਵਾਂ ਬਾਬਾ ਜੀ ਨਿਭਾ ਰਹੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਗੁਰਬਚਨ ਸਿੰਘ ਜੀ ਕਰਮੂ ਵਾਲਾ, ਜਿਨ੍ਹਾਂ ਦਾ ਬੜਾ ਭਾਰੀ ਪ੍ਰੇਮ ਹੈ ਇਸ ਪਰਿਵਾਰ ਨਾਲ, ਉਹ ਵੀ ਸੰਗਤ ਦੇ ਵਿੱਚ ਬੈਠੇ ਆ। ਇਸੇ ਤਰ੍ਹਾਂ ਭਾਈ ਸੁਖਵਿੰਦਰ ਸਿੰਘ ਜੀ ਗਵਾਨ, ਸ਼ਹੀਦ ਭਾਈ ਸਤਵੰਤ ਸਿੰਘ ਜੀ ਦਾ ਪਰਿਵਾਰ, ਹੋਰ ਵੀ ਜਿੰਨੀਆਂ ਸ਼ਖਸੀਅਤਾਂ ਸੰਗਤ ਵਿੱਚ ਆਈਆਂ ਹਨ। ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ, ਉਹ ਵੀ ਹਾਜ਼ਰੀ ਭਰ ਰਹੇ ਆ। ਸਾਰੇ ਮਹਾਂਪੁਰਖਾਂ ਦਾ, ਔਰ ਇਸੇ ਤਰ੍ਹਾਂ ਬਹੁਤ ਹੀ ਉੱਚੀ ਆਤਮਾ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਸਰਾਲੀ ਸਾਹਿਬ ਵਾਲੇ, ਜਿਨ੍ਹਾਂ ਦਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ, ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਬੜਾ ਭਾਰੀ ਪਿਆਰ ਸੀ।
ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਸਰਾਲੀ ਸਾਹਿਬ ਵਾਲੇ, ਉਹਨਾਂ ਦੇ ਛੋਟੇ ਭਰਾਤਾ ਬਾਬਾ ਰਤਨ ਸਿੰਘ ਜੀ ਸੰਗਤ ਦੇ ਦਰਸ਼ਨ ਕਰ ਰਹੇ ਆ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਹੋਰ ਵੀ ਬੇਅੰਤ ਸੰਗਤਾਂ, ਭਾਈ ਹੀਰਾ ਸਿੰਘ ਜੀ ਮਨਿਹਾਲਾ ਅਤੇ ਉਹਨਾਂ ਦੇ ਫਰਜ਼ੰਦ, ਹੋਰ ਵੀ ਸਾਰੀਆਂ ਸੰਗਤਾਂ ਸੰਗਤ ਵਿੱਚ ਬੈਠੀਆਂ ਹਨ। ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਜਿਨ੍ਹਾਂ ਨੇ ਭਾਈ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਖੰਡੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ, ਸਾਬਤ ਸੂਰਤ ਕੇਸ ਰੱਖੋ। ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਆਪਾਂ ਅਰਦਾਸ ਕਰੀਏ। ਔਰ ਕੌਮ ਵੱਲੋਂ, ਕਿਸਾਨਾਂ ਵੱਲੋਂ, ਜ਼ਿਮੀਂਦਾਰਾਂ ਵੱਲੋਂ, ਮਜ਼ਦੂਰਾਂ ਵੱਲੋਂ, ਕਿਸਾਨ ਮਜ਼ਦੂਰ ਦੇ ਹੱਕ ਲਈ ਬਹੁਤ ਵੱਡਾ ਦਿੱਲੀ ਵਿਖੇ ਇੱਕ ਸੰਘਰਸ਼ ਚੱਲ ਰਿਹਾ ਮੌਕੇ ਦੀ ਹਕੂਮਤ ਦੇ ਨਾਲ। ਉਸ ਸੰਘਰਸ਼ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਓ। ਸਾਡਾ ਸਾਧੂ ਮਤ ਹੈ, ਅਸੀਂ ਅਰਦਾਸ ਕਰ ਸਕਦੇ ਹਾਂ ਕਿ ਮਹਾਰਾਜ ਅੰਨੀ ਬੋਲੀ ਸਰਕਾਰ ਨੂੰ, ਤੁਸੀਂ ਆਪ ਸੁੱਤੀ ਨੂੰ, ਜੋ ਗਾਫਲਤਾ ਦੀ ਹੰਕਾਰ ਦੀ ਨੀਂਦ ਵਿੱਚ ਸੁੱਤੀਆਂ ਨੂੰ ਜਗਾਓ। ਤੇ ਮਹਾਰਾਜ ਕਿਰਪਾ ਕਰੋ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਇਸ ਕੌਮੀ ਸੰਘਰਸ਼ ਵਿੱਚ ਪੂਰਨ ਕਾਮਯਾਬੀ ਬਖਸ਼ੋ। ਇਹ ਸਰਕਾਰਾਂ ਜੇ ਕਿਸਾਨਾਂ ਦੀ, ਮਜ਼ਦੂਰਾਂ ਦੀ, ਦੁਖੀਆਂ ਦੀ ਆਵਾਜ਼ ਨਹੀਂ ਸੁਣਨਗੀਆਂ ਨਾ, ਤਾਂ ਸਾਧ ਸੰਗਤ ਜੀ ਇੱਥੋਂ ਰਾਵਣ ਵੀ ਤੁਰ ਗਿਆ, ਦੁਰਯੋਧਨ ਵਰਗੇ ਵੀ ਤੁਰ ਗਏ। ਅੱਜ ਕੋਈ ਉਹਨਾਂ ਦਾ ਨਾਮ ਨਹੀਂ ਲੈਂਦਾ। ਇੰਦਰਾ ਵਰਗੀ ਜ਼ਾਲਮ ਦਾ ਅੱਜ ਨਾਮੋ ਨਿਸ਼ਾਨ ਦੁਨੀਆ ਤੋਂ ਖਤਮ ਹੋ ਗਿਆ, ਦਰਬਾਰ ਸਾਹਿਬ ਤੇ ਹਮਲਾ ਕਰਨ ਕਰਕੇ। ਇਹ ਕਿਹੜੇ ਬਾਗ ਦੀ ਮੂਲੀ ਹੈ? ਜੇ ਨਹੀਂ ਦੁਖੀਆਂ ਦੀ ਆਵਾਜ਼ ਸੁਣਨਗੇ ਨਾ, ਫਿਰ ਪਰਮੇਸ਼ਰ ਦੀ ਬੜੀ ਭੈੜੀ ਮਾਰ ਪਿਆ ਕਰਦੀ ਹੈ, ਜਿਸ ਮਾਰ ਤੋਂ ਵੱਡਾ ਜ਼ਾਲਮ ਰਾਜਾ ਵੀ ਬਚ ਨਹੀਂ ਸਕਦਾ। ਇਸ ਕਰਕੇ ਮਹਾਰਾਜ ਅੱਗੇ ਮੇਰੀ ਤਾਂ ਬੇਨਤੀ ਹੈ ਕਿਸਾਨਾਂ, ਮਜ਼ਦੂਰਾਂ, ਭਰਾਵਾਂ ਨੂੰ ਕਿ ਭਾਈ ਦਿੱਲੀ ਮੋਰਚੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਚਲਾਓ। ਪਿੰਡ ਪਿੰਡ ਅਖੰਡ ਪਾਠ ਕਰੋ, ਪਿੰਡ ਪਿੰਡ ਅਰਦਾਸਾਂ ਕਰੋ। ਗੁਰੂ ਦੀ ਟੇਕ ਲਓ ਜੇ ਕਾਮਯਾਬੀ ਪ੍ਰਾਪਤ ਕਰਨੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਕਾਮਯਾਬੀ ਨਹੀਂ ਮਿਲਣੀ, ਇਹ ਗੱਲ ਯਾਦ ਰੱਖਿਓ। ਸੋ ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਆਓ ਹੁਣ ਕਥਾ ਦੀ ਸਮਾਪਤੀ ਕਰੀਏ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮਾਗੈ ਸੰਤ ਰਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।